ਜਿਹੜੇ ਤੁਸੀਂ ਮਤਲਬ ਨਿਜ਼ਾਮ ਬਣਾਇਆ ਹੈ ਸੌਖਾ ਬਣਾਇਆ ਹੈ, ਲੋਕ ਸੈਟੀਸਫਾਈ ਨੇ, ਕਿਸਾਨ ਜਿਹੜੇ ਨੇ ਰਾਜ਼ੀ ਨੇ ਉਹਦੇ ਤੋਂ। ਵਜ਼ੀਰਾ ਸਾਹਿਬਾਂ ਨੇ ਸਿੰਪਲ ਇਹ ਰੱਖਿਆ ਕਿ ਜੀ ਤੁਸੀਂ ਪੂਰਾ ਕਿਸਾਨਾਂ ਦਾ ਜਿਹੜਾ ਰਿਕਾਰਡ ਹੈ ਪੈਲਰਾ ਦੇ ਉੱਤੇ ਅਵੇਲੇਬਲ ਹੈ। 24,000 ਮੋਜ਼ਾਜਾਤ ਨੇ ਸਾਡੇ, ਉਹਦੇ ਚ 99% ਜਿਹੜੇ ਨੇ ਕੰਪਿਊਟਰਾਈਜ਼ਡ ਹੋ ਗਏ ਨੇ ਤੇ ਕੋਈ ਉਹਦੇ ਵਿੱਚ ਕਿਸੇ ਦੀ ਸਿਫਾਰਿਸ਼ ਦੀ ਨਹੀਂ, ਕੋਈ ਲਾਈਨ ਦੀ ਜ਼ਰੂਰਤ ਨਹੀਂ। ਉਹ ਤੇ ਦੋ ਲੜਕੇ ਕੰਪਿਊਟਰ ਲੈ ਕੇ ਬੈਠੇ ਨੇ, ਲੈਪਟਾਪ ਹਰ ਸੈਂਟਰ ਤੇ 233 ਸਾਡੇ ਸੈਂਟਰ ਨੇ। ਪਿਛਲੇ ਸਾਲ ਤੋਂ ਉਸ ਤੋਂ ਪਿਛਲੇ ਸਾਲ ਤੋਂ ਰੋਟੀ ਆਟੇ ਦੀ ਤੁਹਾਨੂੰ ਇਹ ਨਹੀਂ ਨਜ਼ਰ ਆਏਗੀ ਸ਼ਾਰਟੇਜ ਹੋ ਗਈ, ਮਹਿੰਗਾ ਹੋ ਗਿਆ, ਐਸੀ ਕੋਈ ਗੱਲ ਨਹੀਂ। ਰੋਟੀ ਦੀ ਕੀਮਤ ਜਿਹੜੀ ਆਉਂਦਾ ਉਹ ਮਾਡਲ ਨੂੰ ਅਸੀਂ ਲੈ ਕੇ ਚੱਲੇ। ਇੱਕ ਤਰਫ ਕਿਸਾਨ ਭਰਾਵਾਂ ਨੂੰ ਜਿਹੜਾ ਵੀ ਮਿਲੇ, ਅੱਛਾ ਰੇਟ ਮਿਲੇ, ਦੂਸਰੇ ਬੰਨੇ ਜਿਹੜਾ ਵੀ ਮਾਰਕੀਟ ਜਿਹੜੀ ਉਹਦਾ ਸਪੈਕੂਲੇਸ਼ਨ ਨਾ ਹੋਵੇ। ਤੀਸਰਾ ਇਹ ਵੀ ਕਿ ਸਪੈਕੂਲੇਸ਼ਨ ਹੋਣ ਦਾ ਨੁਕਸਾਨ ਇਹ ਹੁੰਦਾ ਵੇ ਕਿ ਕੋਈ ਗਰੀਬ ਬੰਦਾ ਮਾਰਿਆ ਜਾਂਦਾ ਜਿਹਨੇ ਆਖਰ ਤੇ ਡੇਲੀ ਦਾ ਆਟਾ, ਮਜ਼ਦੂਰ ਬੰਦਾ ਤਾਂ ਡੇਲੀ ਤੇ ਜਾ ਕੇ ਕਿਲੋ 2 ਕਿਲੋ ਲੈਂਦਾ ਜੀ, ਤੇ ਉਹਨੂੰ ਜਿਹੜਾ ਸਸਤਾ ਮਿਲੇ, ਕੰਟਰੋਲਡ ਇਸ ਤਰੀਕੇ ਨਾਲ ਰੱਖੀਏ, ਸਾਰਿਆਂ ਨੂੰ ਪ੍ਰੋਫਿਟ ਮਿਲੇ। ਔਰ ਉਹ ਕਿਸਾਨ ਲੈ ਕੇ ਗੰਦਮ ਆਉਂਦਾ ਸਾਡੇ ਗੋਦਾਮ ਸਟੋਰ ਹੋਣੀ, ਉਹ ਕੱਲ ਨੂੰ ਅਸੀਂ ਉਹੀ ਬਾਰਦਾਨਾ ਜਿਹੜਾ ਵੇ ਜਿੰਨੇ ਦਾ ਆਉਂਦਾ ਵੇ ਉਹਦੇ ਤੋਂ 6 ਅਰਬ ਦਾ ਵੇ, ਇਹਦੀ ਕਮ ਸੇ ਕਮ 3 ਅਰਬ ਦੀ ਸਬਸਿਡੀ ਜਿਹੜੀ ਆਟੇ 'ਚ ਪਾਸ ਥਰੂ ਹੋਏਗੀ। ਰੇਟ ਦੇ ਹਵਾਲਾ ਦੱਸੋ। ਤੁਸੀਂ ਮਾਰਕੀਟ 'ਚੋਂ ਕਿਸਾਨ ਨੂੰ ਕਿਹਾ ਜੇ ਚੰਗਾ ਰੇਟ ਸਾਡੇ ਤੋਂ ਮਿਲਦਾ ਉੱਥੋਂ ਲੈ ਲਓ, ਉੱਥੇ ਕਣਕ ਵੇਚ ਦਿਓ, ਨਹੀਂ ਤੇ ਸਾਡੇ ਕੋਲ ਵੇਚ ਦਿਓ 3500 ਤੇ। ਠੀਕ ਹੈ, ਦੱਸੋ ਕਿ ਕੋਈ ਜ਼ਮੀਨਾਂ ਸ਼ੀਨਾਂ ਦਿੰਦੇ ਪਿਓ ਤੁਸੀਂ? 1,25,000 ਜਾਂ 30,000 ਏਕੜ ਦੇ ਕਰੀਬ ਜ਼ਮੀਨ ਹੈ। ਉਹ 30,000 ਜਿਹੜੀਆਂ ਉਹਦੀਆਂ ਲੋਟਸ ਨੇ, ਤਕਰੀਬਨ 30,000 ਫੈਮਿਲੀ ਨੂੰ ਉਹ ਮਿਲਣਗੀਆਂ ਔਰ ਟੋਟਲੀ ਮੋਜ਼ਾ ਵਾਈਜ਼ ਮਿਲਣਗੀਆਂ। ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਆਉਣੇ ਨੇ। ਤੁਹਾਡਾ 5 ਕਿੱਲੇ ਪੈਲੀ ਹੈ, ਤੁਸੀਂ ਜਨਾਬ 1.5 ਲੱਖ ਰੁਪਈਆ ਤੁਹਾਡੇ ਅਕਾਊਂਟ 'ਚ ਆਇਆ, ਤੁਸੀਂ ਜਨਾਬ ਬੀਜ ਲਓ, ਤੁਸੀਂ ਖਾਦ ਲਓ, ਉਹਨੂੰ ਪਾਓ, ਜਿਸ ਵੇਲੇ ਫਸਲ ਆਏਗੀ ਉਸ ਵੇਲੇ ਗਵਰਨਮੈਂਟ ਨੂੰ ਵਾਪਸ ਕਰ ਦਿਓ। ਔਰ ਸਭ ਤੋਂ ਖੂਬਸੂਰਤ ਗੱਲ ਇਹ ਕਿ ਤੁਹਾਡੇ ਕਿਸਾਨਾਂ ਨੂੰ ਉਹ ਕਰਜ਼ਾ ਵੀ ਲੈ ਰਹੇ ਤੇ ਸੂਦ ਵੀ ਨਹੀਂ ਹੈਗਾ। अस्सलाम वालेकुम दोस्तों, मैं हूं प्रवेश संदीला सोशल मीडिया टॉक शो के साथ। अज साडी सलाह है क्योंकि असी गल करनी है पंजाब के किसानों की, तो पंजाबी च गल करिए ताकि जिन्हां दे बारे असी गल करन आए हैं उन्होंने चंगी तरह समझ लगे। साडे दोस्त सन अफजल साहिर साहब, दोस्त ने बल्कि अफजल साहिर वो हॉस्टल दौर च कहते सी कि सारा जिहड़ा केस है वो अदालत दे विच या तो उर्दू च लड़ा जाता है या इंग्लिश विच, ते जदों बाबे दा मुंडा फायल लग जाता तो फिर उन्हें लगता पता कि मेरे मुंडे नाल होया की। इस वास्ते अज ये जिहड़ा प्रोग्राम है असीं कोशिश करांगे कि पंजाबी च होवे। साडे नाल मौजूद ने DG फूड्स अमजद हफीज़ साहब, इन्हां कोलों पुछांगे सब तो जिहड़ा वड्डा पिछले साल दा किसानां दा मसला सी कणक ते उहदा रेट, इस दफ़ा की पोजीशन है? अस्सलाम वालेकुम जी। वालेकुम संदीला साहब, की हाल ने? ठीक ठाक जी। चोखा मैं बिल्कुल ठीक ठाक। चोखा औखा तो नहीं पंजाबी? मैं पिछा जी वेख्या तुसीं बड़ा सोहना एक पंजाबी प्रोग्राम। नहीं जी, ਅਸੀਂ ਪੰਜਾਬੀ ਹਾਂ ਤੇ ਅਸੀਂ ਛੋਟੇ ਜਿਹੇ ਕਿਸਾਨ ਵੀ ਹਾਂ। ਸਾਰਾ ਕੁਝ ਅਸੀਂ ਖੁਦ ਕਰਨੇ, ਕਣਕ ਲਾਈ ਵੀ ਹੈ, ਗਾਇ ਕੱਟੀ ਵੀ ਹੈ, ਅਸੀਂ ਉਹਦੀ ਕੀ ਥ੍ਰੈਸ਼ਰ ਵੀ ਲਾਈ ਹੈ, ਉਹਨੂੰ ਵੇਚਿਆ ਵੀ ਹੈ, ਸਾਰਾ ਕੁਝ ਕੀਤਾ ਹੈ। ਚਲੋ ਫਿਰ ਤੇ ਕੰਮ ਸੌਖਾ ਹੋ ਜਾਏਗਾ। ਇਹ ਦੱਸੋ ਕਿ ਕਿਉਂਕਿ ਤੁਸੀਂ ਖੁਦ ਵੀ ਕਿਸਾਨ ਹੋ ਔਰ ਜਿਹੜਾ ਸਾਡਾ ਮਿਨਿਸਟਰ ਹੈ ਉਹ ਵੀ ਕਿਸਾਨ ਹੈ, ਪਿਛਲੇ ਸਾਲ ਬੜੇ ਰੋਲੇ ਸਨ, ਇਸ ਦਫਾ ਬਾਰਦਾਨੇ ਦੇ ਜਿਹੜੇ ਤੁਸੀਂ ਮਤਲਬ ਨਿਜ਼ਾਮ ਬਣਾਇਆ ਹੈ ਸੌਖਾ ਬਣਾਇਆ ਹੈ, ਲੋਕ ਸੈਟੀਸਫਾਈ ਨੇ, ਕਿਸਾਨ ਜਿਹੜੇ ਨੇ ਰਾਜ਼ੀ ਨੇ ਉਹਦੇ ਤੋਂ? ਜੀ ਵੇਖੋ, ਇੱਕ ਤਾਂ ਇਹ ਵੇ ਕਿ ਜਿਹੜਾ ਸਿਸਟਮ ਇਸ ਦਫਾ ਅਸੀਂ ਲੈ ਕੇ ਆਏ ਹਾਂ ਨਾ, ਉਹਦੇ ਵਿੱਚ ਜਿਹੜਾ ਬਾਰਦਾਨੇ ਵਾਲਾ ਸਿਸਟਮ ਪਹਿਲਾਂ ਤੁਸੀਂ ਆਮ ਤੌਰ 'ਤੇ ਸੁਣਿਆ ਹੋਵੇਗਾ ਕਿ ਸਿਫਾਰਿਸ਼ਾਂ ਚਾਹੀਦੀਆਂ ਸੀ। ਹਾਂਜੀ। ਔਰ ਤੁਹਾਨੂੰ ਜਾ ਕੇ ਕੋਈ ਪਿੱਛੋਂ ਪਟਵਾਰੀ ਦਾ ਜਾਂ ਕਿਤੋਂ ਚੌਧਰੀ ਦਾ ਜਾਂ ਕਿਤੇ ਕੋਈ ਸਾਡੇ ਜਿਹੜੇ MP MNAs ਨੇ, ਜ਼ਾਹਿਰ ਹੈ ਉਹਨਾਂ ਨੇ ਆਪਣੇ ਲੋਕਾਂ ਨੂੰ ਵੇਖਣਾ ਹੁੰਦਾ ਹੈ, ਲੁੱਕ ਆਫਟਰ ਕਰਨਾ ਹੁੰਦਾ, ਅਤੇ ਉਹਨਾਂ ਕੋਲ ਜਾਂਦੇ ਨੇ। ਕਿਸੇ ਨੂੰ ਕੋਈ ਨਹੀਂ ਜਦੋਂ ਸੁਣਦਾ ਤੇ ਉਹ ਸੁਣਦੇ ਨੇ ਪਬਲਿਕ ਰਿਪਰੈਜ਼ੈਂਟੇਟਿਵ, ਉਹਨਾਂ ਦੀ ਸਿਫਾਰਿਸ਼ ਕਰਾਉਣੀ ਪੈਂਦੀ ਸੀ। ਅਤੇ ਇਸ ਦਾ ਇਹ ਵੇ ਕਿ ਵਜ਼ੀਰਾ ਸਾਹਿਬਾਂ ਨੇ ਸਿੰਪਲ ਇਹ ਰੱਖਿਆ ਕਿ ਜੀ ਤੁਸੀਂ ਪੂਰਾ ਕਿਸਾਨਾਂ ਦਾ ਜਿਹੜਾ ਰਿਕਾਰਡ ਹੈ ਪੈਲਰਾ ਦੇ ਉੱਤੇ ਅਵੇਲੇਬਲ ਹੈ। 24,000 ਮੋਜ਼ਾਜਾਤ ਨੇ ਸਾਡੇ, ਉਹਦੇ 'ਚ 99% ਜਿਹੜੇ ਨੇ ਕੰਪਿਊਟਰਾਈਜ਼ਡ ਹੋ ਗਏ ਨੇ। ਅੱਛਾ ਜੀ, 24,000 ਮੋਜ਼ਾ ਤੇ 99% ਕੰਪਿਊਟਰਾਈਜ਼ਡ ਹੋ ਗਏ ਨੇ ਜੀ। ਉਹ ਜਿਹੜੇ ਜਦੋਂ ਕਿਸਾਨ ਇੱਕ ਬੰਦਾ, ਮੇਰੀ ਜ਼ਮੀਨ ਹੁਣ ਮੇਰਾ ਉੱਥੇ ਨਾਂ ਆ ਰਿਹਾ ਹੋਏਗਾ, ਮੇਰਾ ਜਦੋਂ ਸ਼ਨਾਖਤੀ ਕਾਰਡ ਪੈਣਾ, ਮੈਂ ਰਜਿਸਟਰਡ ਹੋ ਜਾਣਾ, ਪਤਾ ਲੱਗ ਜਾਣਾ ਇੰਨੀ ਜ਼ਮੀਨ ਹੈ, ਤੈਨੂੰ ਇੰਨਾ ਬਾਰਦਾਨਾ ਚਾਹੀਦਾ। ਜਦੋਂ ਮੈਂ ਰਜਿਸਟਰਡ ਹੋਣਾ, ਮੇਰਾ ਮੋਬਾਈਲ ਨੰਬਰ ਹੋਣਾ, ਮੈਂ ਬਾਰਦਾਨਾ ਲੈਣ ਜਾਣਾ, ਮੈਂ ਜਨਾਬ ਨੰਬਰ ਮੇਰੇ ਦੇ ਉੱਤੇ ਮੈਸੇਜ ਆ ਜਾਣਾ ਕਿ ਜਨਾਬ ਤੁਸੀਂ ਰਜਿਸਟਰਡ ਹੋ ਗਏ ਜੇ ਤੇ ਬਾਰਦਾਨਾ ਤੁਸੀਂ ਇੰਨਾ ਲੈ ਆ ਕੇ ਆਪਣਾ ਲੈ ਜਾਓ। ਸਾਦਾ ਜਿਹਾ ਤਰੀਕਾਕਾਰ, ਅਤੇ ਕੋਈ ਉਹਦੇ ਵਿੱਚ ਕਿਸੇ ਦੀ ਸਿਫਾਰਿਸ਼ ਦੀ ਨਹੀਂ, ਕੋਈ ਲਾਈਨ ਦੀ ਜ਼ਰੂਰਤ ਨਹੀਂ। ਉਹ ਤੇ ਦੋ ਲੜਕੇ ਕੰਪਿਊਟਰ ਲੈ ਕੇ ਬੈਠੇ ਨੇ, ਲੈਪਟਾਪ ਹਰ ਸੈਂਟਰ ਤੇ 233 ਸਾਡੇ ਸੈਂਟਰ ਨੇ ਪੰਜਾਬ, ਪੂਰੇ ਪੰਜਾਬ ਵਿੱਚ 233 ਸੈਂਟਰ। ਪਰ ਡਿਸਟ੍ਰਿਕਟ ਕਿੰਨੇ ਬਣ ਗਏ ਜੀ? ਇਹ ਜੀ ਤੁਸੀਂ ਕਰ ਲਓ ਕਿ 41 ਤੇ ਤਕਰੀਬਨ 6 ਬਣ ਜਾਂਦੇ ਨੇ ਪਰ ਡਿਸਟ੍ਰਿਕਟ। ਉਹਦੇ ਵਿੱਚ ਇਹ ਵੀ ਕਿ ਕਈ ਡਿਸਟ੍ਰਿਕਟ ਨੇ ਜਿਨ੍ਹਾਂ 'ਚ ਕਣਕ ਬਹੁਤ ਥੋੜ੍ਹੀ ਹੁੰਦੀ ਹੈ, ਜਿਸ ਤਰ੍ਹਾਂ ਰਾਵਲਪਿੰਡੀ ਡਿਵੀਜ਼ਨ ਦੇ ਵਿੱਚ, ਉੱਥੇ ਹੋ ਸਕਦਾ ਇੱਕ ਡਿਵੀਜ਼ਨ ਦੇ ਵਿੱਚ ਇੱਕ ਡਿਸਟ੍ਰਿਕਟ 'ਚ ਇੱਕ ਹੋਵੇ, ਰਾਜਨਪੁਰ 'ਚ ਇੱਕ ਹੈ, ਛੋਟੀ ਡਿਸਟ੍ਰਿਕਟ ਹੈ,
ਤਲਾਗੰਗ ਦੇ ਵਿੱਚ ਜਿਹੜਾ ਸ਼ਾਇਦ ਨਾ ਹੋਵੇ ਕਿਉਂਕਿ ਨਵੀਂ ਡਿਸਟ੍ਰਿਕਟ ਬਣੀ ਹੈ, ਕਿਉਂਕਿ ਕਣਕ ਜਿਹੜੀ ਕਣਕ ਦੇ ਹਿਸਾਬ ਨਾਲ ਨਾ ਕਣਕ ਜਿੱਥੇ ਪੈਦਾ ਜ਼ਿਆਦਾ ਹੁੰਦੀ ਉੱਥੇ ਸੈਂਟਰ ਵੀ ਜ਼ਿਆਦਾ ਨੇ, ਉੱਥੇ ਫਿਰ ਗੋਦਾਮ ਸਾਡੇ ਬਣੇ ਹੋਏ ਨੇ, ਗੋਦਾਮ ਜਿਹੜੇ ਨੇ ਬੜਾ ਕਵਰਡ ਗੋਦਾਮ ਪੂਰੇ ਬਣੇ ਹੋਏ ਨੇ ਤੇ ਅਸੀਂ ਕਵਰਡ ਗੋਦਾਮਾਂ ਨੂੰ ਲੈ ਰਹੇ ਹਾਂ। ਤੇ ਇਹ ਜੀ ਤਰੀਕਾਕਾਰ ਹੈ ਔਰ ਇਹਦੇ ਵਿੱਚ ਇਹ ਵੀ ਕਿਸੇ ਤਰ੍ਹਾਂ ਸਿਫਾਰਿਸ਼ ਦੀ ਜ਼ਰੂਰਤ ਨਹੀਂ। ਠੀਕ ਔਰ ਤੇ ਤੁਸੀਂ ਉਹ ਲੈ ਕੇ ਕਣਕ ਪਾਉਣੀ, ਉਹਦੇ ਵਿੱਚ ਲੈ ਕੇ ਉੱਥੇ ਆਉਣੀ ਹੈ, ਉਹਨਾਂ ਨੇ ਉਤਾਰਨੀ ਵੀ। ਜਿਹੜਾ ਬੰਦੇ ਅਸੀਂ ਪ੍ਰਾਈਵੇਟ ਸੈਕਟਰ ਨੂੰ ਇੰਟਰਨੈਸ਼ਨਲ ਮਾਡਲ ਦੇ ਉੱਤੇ ਕਮੋਡਿਟੀ ਐਕਸਚੇਂਜ ਦਾ ਅੱਗੇ ਅਸੀਂ ਸਟੈਪ ਵਾਈਜ਼ ਜਾ ਰਹੇ ਹਾਂ, ਫਾਰਵਰਡ ਕੰਟਰੈਕਟਿੰਗ ਦਾ ਸਿਸਟਮ ਅਸੀਂ ਲੈ ਕੇ ਆਏ ਕਿ ਕਿਸਾਨ ਨੂੰ ਜਿਹੜਾ ਵੇ ਉਹ ਪ੍ਰੈਕਟੀਕਲੀ ਅਸੀਂ ਜਿਹੜਾ ਵੇ ਮਾਰਕੀਟ ਦੇ ਨਾਲ ਲਿੰਕ ਕਰੀਏ। ਇਸ ਦਫਾ ਅਸੀਂ ਦਰਮਿਆਨ 'ਚ ਪ੍ਰਾਈਵੇਟ ਸੈਕਟਰ ਦੇ ਐਗਰੀਗੇਟਰਸ ਲੈ ਕੇ ਆਏ ਹਾਂ। ਅਗਲੀ ਦਫਾ ਅਸੀਂ ਇਨਸ਼ਾਅੱਲਾ ਮਜ਼ੀਦ ਇਹਨੂੰ ਕਰਕੇ ਤੇ ਕੁਝ ਕਿਸਾਨਾਂ ਦੇ ਨਾਲ ਕਰਨਾ ਕਿ ਜਨਾਬ ਤੁਹਾਡੀ ਕਣਕ ਹੈ, ਅਸੀਂ ਤੁਹਾਡੀ ਕਣਕ ਸਤੰਬਰ 'ਚ ਇੰਨੇ ਰੁਪਏ ਦੀ ਲਵਾਂਗੇ, 4000 ਦੀ ਲਵਾਂਗੇ, ਅਕਤੂਬਰ 'ਚ 4100 ਦੀ ਲਵਾਂਗੇ, ਨਵੰਬਰ 'ਚ 4200 ਦੀ ਲਵਾਂਗੇ। ਤੁਸੀਂ ਸਾਡੇ ਲਈ ਕਿੰਨੀ ਕਣਕ ਆਪਣੀ ਰੱਖ ਸਕਦੇ ਜੇ, ਸੇਵ ਕਿੰਨੀ ਕਰ ਸਕਦੇ, ਸੇਵ ਕਰ ਸਕਦੇ। ਤੁਸੀਂ ਵੇਖੋ ਨਾ, ਤੁਸੀਂ ਮਾਸ਼ਾਅੱਲਾ ਤੁਸੀਂ ਪੂਰਾ ਯੂਰਪ ਘੁੰਮੇ ਜੇ, ਦੁਨੀਆ ਘੁੰਮੇ ਜੇ। ਜੀ ਮੈਂ ਜਦੋਂ ਬਰਤਾਨੀਆ ਪੜ੍ਹ ਰਿਹਾ ਸੀ ਤੇ ਮੈਂ ਟੈਸਕੋ ਵਾਲਿਆਂ ਨਾਲ ਗੱਲ ਕੀਤੀ, ਮੈਂ ਕਿਹਾ ਯਾਰ ਤੁਸੀਂ ਇਹ ਟਮਾਟਰ ਜਿਹੜੇ ਲਿਆਉਂਦੇ ਜੇ ਤੇ ਇਹ ਟਮਾਟਰ ਕਿਸ ਤਰ੍ਹਾਂ ਤੁਹਾਡੇ ਕੋਲ ਆਉਂਦੇ ਨੇ? ਆਲਦੋ ਯੂਰਪ 'ਚ ਬਹੁਤ ਜ਼ਿਆਦਾ ਉਹਨਾਂ ਦੀ ਖਾਣ ਪੀਣ ਵਾਲੀਆਂ ਚੀਜ਼ਾਂ ਹੁੰਦੀਆਂ। ਕਣਕ ਲੱਗੀ ਹੁੰਦੀ, ਕੈਂਬਰਿਜ ਯੂਨੀਵਰਸਿਟੀ ਜਦੋਂ ਪੜ੍ਹੇ ਤੇ ਮੈਂ ਬਾਹਰ ਨਿਕਲਣਾ ਤੇ ਉਹ ਕਣਕ ਲੱਗੀ ਹੁੰਦੀ ਸੀ ਜਦੋਂ ਸਿਟੀ ਤੋਂ ਬਾਹਰ ਜਾਣਾ ਤੇ ਉਹ ਗੱਲ ਕਰਨੀ, ਉਹਨਾਂ ਕਹਿਣਾ ਜੀ ਸਾਡੀ ਫਾਰਵਰਡ ਕੰਟਰੈਕਟਿੰਗ ਹੁੰਦੀ ਹੈ। ਅੱਛਾ, ਕਿ ਜਦੋਂ ਕਣਕ ਲੱਗੀ ਹੈ ਜਾਂ ਟਮਾਟਰ ਲੱਗਾ ਹੋਵੇ, ਛੋਟਾ ਤੋਂ ਛੋਟਾ ਕਿਸਾਨ ਆ, ਟੈਸਕੋ ਵਾਲਿਆਂ ਜਾ ਕੇ ਉਹਨਾਂ ਨਾਲ ਗੱਲ ਕਰਨੀ ਹੈ, ਕੰਟਰੈਕਟ ਕਰ ਕਿ ਜੀ ਸਾਡੇ ਨਾਲ ਕੰਟਰੈਕਟ ਕਰ ਲੈ, ਇੰਨਾ ਤੁਸੀਂ ਸਾਨੂੰ ਜਿਹੜਾ ਟਮਾਟਰ ਦੇਣਾ। ਤੇ ਅਸੀਂ ਉਹ ਤਰੀਕਾ ਕਰ ਸਾਡੇ ਕਿਸਾਨ ਲਈ ਲਿਆ ਰਹੇ ਹਾਂ ਕਿ ਕਿਸਾਨ ਨਾ ਆੜਤੀ ਤੇ ਡਿਪੈਂਡੈਂਟ ਹੋਵੇ, ਨਾ ਹਰ ਵਾਰੀ ਇਹ ਸੋਚੇ ਹਕੂਮਤ ਖਰੀਦੇਗੀ ਰੇਟ ਚੰਗਾ ਮਿਲੇਗਾ, ਨਾ ਇਹ ਸੋਚੇ ਕਿ ਜਨਾਬ ਮੇਰਾ ਜਿਹੜਾ ਵੇ ਮੈਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਮੈਨੂੰ ਕੋਈ ਗਾਈਡ ਕਰਨ ਵਾਲਾ ਹੋਵੇ। ਸਾਦਾ ਜਿਹਾ ਤਰੀਕਾ ਹੋਏਗਾ। ਔਰ ਇਹ ਅਸੀਂ ਦਰਮਿਆਨ 'ਚ ਲੋਕ ਲਿਆਂਦੇ ਨੇ, ਉਹ ਜਿਹੜੇ ਨੇ ਗਵਰਨਮੈਂਟ ਦੇ ਬਿਹਾਫ ਤੇ ਜਿਹੜਾ ਵੇ ਉਹ ਗੰਦਮ ਚੁੱਕ ਰਹੇ। ਅਗਲੇ ਸਾਲ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਕਵਾਂਗੇ ਇੰਨੇ ਰੁਪਏ ਦੀ ਗੰਦਮ, ਹੁਣ ਅਸੀਂ ਉਹਨਾਂ ਨੂੰ ਕਹਿ ਰਹੇ ਜਨਾਬ ਤੁਸੀਂ 3500 ਦੀ ਕਣਕ ਲੈਣੀ ਹੈ ਕਿਸਾਨ ਕੋਲੋਂ, 3500 1 ਰੁਪਇਆ ਘੱਟ ਨਹੀਂ ਲੈਣੀ ਫੀ ਮਣ। ਅਸੀਂ ਸਤੰਬਰ ਦੇ ਵਿੱਚ ਤੁਹਾਡੇ ਕੋਲੋਂ 3850 ਦੀ ਲਵਾਂਗੇ। ਠੀਕ ਹੈ। ਫਿਰ ਅਕਤੂਬਰ ਦੇ ਵਿੱਚ ਤੁਹਾਡੇ ਕੋਲ ਜਨਾਬ ਇਸ ਹਿਸਾਬ ਨਾਲ 1% ਹੋਰ ਐਡ ਹੋ ਜਾਏਗਾ। ਇਸ ਹਿਸਾਬ ਨਾਲ ਜਿਸ ਤਰ੍ਹਾਂ ਮਾਰਕੀਟ ਜਾਂਦੀ ਅਸੀਂ ਇਸ ਤਰ੍ਹਾਂ ਉਹਨਾਂ ਨੂੰ ਕਿਹਾ ਕਿ ਇਹ ਕਰਾਂਗੇ ਤੇ ਤੁਸੀਂ ਸਾਡੇ ਨਾਲ ਕੰਟਰੈਕਟ। ਜਿਸ ਤਰ੍ਹਾਂ ਲੋਕੀ ਉਹਦਾ ਮਤਲਬ ਜਿਹੜੇ ਜਿਨ੍ਹਾਂ ਕੋਲ ਹੁੰਦਾ ਵਾ ਕੈਪੈਸਿਟੀ ਉਹ ਸਾਂਭ ਲੈਂਦੇ ਤੇ ਬਾਅਦ 'ਚ ਮਹਿੰਗੀ ਵੇਚਦੇ ਆ ਜਾਂ ਉਹ ਰੇਟ ਅਸੀਂ ਆਫੀਸ਼ੀਅਲੀ ਕੀਤਾ, ਲੇਕਿਨ ਅਸੀਂ ਉਹਦੇ ਉੱਤੇ ਕੈਪ ਲਾ ਦਿੱਤੀ। ਹਾਂ ਠੀਕ ਹੈ ਕਿ ਸਾਡੇ ਲਈ ਕਣਕ ਚਾਹੀਦੀ। ਅਸੀਂ ਕੱਲ ਨੂੰ ਕਿਉਂਕਿ ਵਜ਼ੀਲਾ ਸਾਹਿਬਾ ਮੁਹਤਰਮ ਮਰੀ ਨਵਾਜ਼ ਸਾਹਿਬ ਦਾ ਬਹੁਤ ਕ੍ਰਿਟੀਕਲ ਜਿਹੜੀ ਚੀਜ਼ ਹੈ ਨਾ ਉਹ ਵੀ ਰੋਟੀ ਸਸਤੀ ਤੇ ਆਟਾ ਸਸਤਾ। ਜਿਹੜੀ ਅਰਬਨ ਪਾਪੂਲੇਸ਼ਨ ਹੈ ਸਾਡੀ, ਵੇਖੋ ਤੁਸੀਂ ਇਸ ਵੇਲੇ ਤਕਰੀਬਨ ਮੈਂ ਜਸਟ ਉਸ ਸਾਈਡ ਦੇ ਉੱਤੇ ਮੈਂ ਗੱਲ ਕਰਨਾ, ਸੋਸ਼ਲ ਸਿਕਿਉਰਿਟੀ ਦੀ ਮੱਦ ਦੇ ਵਿੱਚ ਸਾਡੇ ਇਸ ਵੇਲੇ ਜਿਹੜਾ ਡਾਟਾ PSER ਦਾ ਉਹਦੇ ਵਿੱਚ ਸਾਨੂੰ ਡਿਫਰੈਂਟ ਕਾਰਡਸ ਦੇ ਜ਼ਰੀਏ ਕਮ ਸੇ ਕਮ ਅਸੀਂ 5 to 6 ਮਿਲੀਅਨ ਪੀਪਲ ਫੈਮਿਲੀਜ਼ ਇਨ ਪੰਜਾਬ ਜਿਨ੍ਹਾਂ ਨੂੰ ਆਈਦਰ ਥਰੂ ਹਿੰਮਤ ਕਾਰਡ ਮਹੀਨੇ ਦੇ ਪੈਸੇ ਜਾ ਰਹੇ ਨੇ, ਰਮਜ਼ਾਨ ਨਿਗਬਾਨ ਪੈਕੇਜ ਦੇ ਜ਼ਰੀਏ ਜਾ ਰਹੇ ਨੇ, ਜਾਂ ਉਹਨਾਂ ਨੂੰ ਜਿਹੜਾ ਵੇ ਤੁਸੀਂ ਰਾਸ਼ਨ ਕਾਰਡ ਦੇ ਜ਼ਰੀਏ, ਰਾਸ਼ਨ ਕਾਰਡ ਇਸ ਵਕਤ 1.5 ਮਿਲੀਅਨ ਦੇ ਕਰੀਬ ਹੈ ਜਿਹੜਾ ਵਰਕਰਸ ਨੂੰ ਜਾ ਰਿਹਾ। ਵਰਕਰਸ ਜਿਹੜੇ ਕੰਮ ਕਰਦੇ ਨੇ ਮਜ਼ਦੂਰ ਨੇ, ਜਿਹੜੇ ਮਜ਼ਦੂਰ ਆ, ਅੱਛਾ ਮਜ਼ਦੂਰ ਨੇ, ਸੁਥਰਾ ਪੰਜਾਬ ਵਾਲੇ ਨੇ, ਐਸੇ ਲੋਕ ਕਿ ਜਿਨ੍ਹਾਂ ਤੋਂ ਜਿਹੜੇ ਬਕਾਇਦਾ ਕੰਮ ਕਰਦੇ ਨੇ। 1.5 ਮਿਲੀਅਨ 15 ਲੱਖ ਉਹਨਾਂ ਨੂੰ ਘਰ ਜਿਹੜਾ ਮਹੀਨੇ ਦਾ 3000 ਰੁਪਏ, 3000 ਇਜ਼ ਹਿਊਜ ਅਮਾਊਂਟ। ਜੀ ਕਿ ਅਸੀਂ ਜੀ ਡੇਲੀ ਦਾ ਵੇਖੋ ਕਿ 1 ਕਿਲੋ ਆਟਾ ਲੈਣਾ ਹੋਵੇ ਨਾ ਤੇ ਸਮਝ ਲਓ ਕਿ ਸਾਡਾ ਆਟਾ ਫ੍ਰੀ ਦਾ ਹੋ ਗਿਆ। ਬਿਲਕੁਲ ਸਹੀ ਕਹਿ ਰਹੇ। ਅਗਰ ਛੋਟੀ ਫੈਮਿਲੀ ਦਾ ਜਿਹੜਾ ਹੋਵੇ ਉਹਦੇ ਲਈ ਇੰਨਾ ਹੋ ਗਿਆ। ਔਰ ਅਗਰ 50% ਹੀ ਉਹਨੂੰ ਬਜਟਰੀ ਸਪੋਰਟ ਮਿਲ ਜਾਂਦੀ ਗਰੋਸਰੀ ਦੀ ਜਾਂ 40% ਮਿਲਦੀ, ਦਿਸ ਇਜ਼ ਹਿਊਜ। ਤਾਂ ਇਹ ਮੈਂ ਸਿਰਫ ਇਹ ਕਹਿ ਰਿਹਾ ਸੀ ਕਿ ਉਹ ਫਿਰ ਜਿਹੜਾ ਵੇ ਕਣਕ ਅਸੀਂ ਜਿਹੜੀ ਹੈ ਨਾ ਉਹਨੂੰ ਫਿਰ ਅਮੂਮਨ ਸਸਤੇ ਦਾਮਾਂ ਰਿਲੀਜ਼ ਕਰਕੇ ਸਸਤਾ ਆਟਾ ਤੇ ਸਸਤੀ ਰੋਟੀ ਇੰਸ਼ੋਰ ਕਰੀ ਦੀ ਹੈ। ਤੁਸੀਂ ਵੇਖੋ ਕਿ ਪਿਛਲੇ ਸਾਲ ਤੋਂ ਉਸ ਤੋਂ ਪਿਛਲੇ ਸਾਲ ਤੋਂ ਰੋਟੀ ਆਟੇ ਦੀ ਤੁਹਾਨੂੰ ਇਹ ਨਹੀਂ ਨਜ਼ਰ ਆਏਗੀ ਸ਼ਾਰਟੇਜ ਹੋ ਗਈ, ਮਹਿੰਗਾ ਹੋ ਗਿਆ, ਐਸੀ ਕੋਈ ਗੱਲ ਨਹੀਂ। ਹਾਂ, ਰੋਟੀ ਦੀ ਕੀਮਤ ਜਿਹੜੀ ਆਉਂਦਾ ਉਹ ਮਾਡਲ ਨੂੰ ਅਸੀਂ ਲੈ ਕੇ ਚੱਲੇ। ਇੱਕ ਤਰਫ ਕਿਸਾਨ ਭਰਾਵਾਂ ਨੂੰ ਜਿਹੜਾ ਵੇ ਮਿਲੇ, ਅੱਛਾ ਰੇਟ ਮਿਲੇ, ਦੂਸਰੇ ਬੰਨੇ ਜਿਹੜਾ ਵੇ ਮਾਰਕੀਟ ਜਿਹੜੀ ਉਹਦਾ ਸਪੈਕੂਲੇਸ਼ਨ ਨਾ ਹੋਵੇ। ਤੀਸਰਾ ਇਹ ਵੇ ਕਿ ਸਪੈਕੂਲੇਸ਼ਨ ਹੋਣ ਦਾ ਨੁਕਸਾਨ ਇਹ ਹੁੰਦਾ ਵੇ ਕਿ ਕੋਈ ਗਰੀਬ ਬੰਦਾ ਮਾਰਿਆ ਜਾਂਦਾ ਜਿਹਨੇ ਆਖਰ ਤੇ ਡੇਲੀ ਦਾ ਆਟਾ, ਮਜ਼ਦੂਰ ਬੰਦਾ ਤੇ ਡੇਲੀ ਤੇ ਜਾ ਕੇ ਕਿਲੋ 2 ਕਿਲੋ ਲੈਂਦਾ ਜੀ, ਤੇ ਉਹਨੂੰ ਜਿਹੜਾ ਸਸਤਾ ਮਿਲੇ, ਕੰਟਰੋਲਡ ਇਸ ਤਰੀਕੇ ਨਾਲ ਰੱਖੀਏ, ਸਾਰਿਆਂ ਨੂੰ ਪ੍ਰੋਫਿਟ ਮਿਲੇ। ਇਹ ਵੀ ਪਿਛਲੇ ਸਾਲ ਦੀ ਜਿਹੜੀ ਗੱਲ ਅਮੂਮਨ ਹੁੰਦੀ ਹੈ ਪਿਛਲੇ ਤੋਂ ਪਿਛਲੇ ਸਾਲ ਦੀ ਕਿ ਕਿਸਾਨਾਂ ਕੋਲੋਂ ਨਹੀਂ ਗਿਆ, ਉਹਦੀ ਇੱਕ ਬਹੁਤ ਵੱਡੀ ਰੀਜ਼ਨ ਸੀ ਕਿ ਸਾਡੇ ਕੋਲ ਪਿਛਲੇ ਸਾਲ ਜਦੋਂ ਮੁਹਤਰਮ ਮਰੀ ਨਵਾਜ਼ ਸਾਹਿਬਾ ਦੀ ਵਜ਼ੀਰਾ ਸਾਹਿਬਾ ਦੀ ਹੁਕੂਮਤ ਆਈ, ਸਾਡੇ ਕੋਲ ਕੋਈ 22 ਲੱਖ ਮੈਟ੍ਰਿਕ ਟਨ ਕਣਕ ਅਜੇ ਪਈ ਸੀ, ਅਵੇਲੇਬਲ ਸੀ, ਜਿਹੜੀ ਉਸ ਤੋਂ ਪਿਛਲੇ ਸਾਲ ਖਰੀਦੀ ਸੀ। ਅਗਰ ਅਸੀਂ ਉਹਦੇ ਉੱਤੇ ਮਜ਼ੀਦ ਲੈਂਦੇ, ਤੁਸੀਂ ਅੰਦਾਜ਼ਾ ਕਰੋ ਕਿ ਉਹ ਕਣਕ ਦਾ ਕੀ ਬਣਨਾ ਸੀ। ਉਹ ਫਿਰ ਅਸੀਂ ਉਸ ਤੋਂ ਅਗਲੇ ਸਾਲ ਜਦੋਂ ਇਹ ਸਸਤੇ ਆਟੇ ਲਈ ਰਿਲੀਜ਼ ਕੀਤੀ ਹੈ
ਤੇ ਸਾਡੇ ਕੋਲ ਅਜੇ 9 ਲੱਖ ਮੈਟ੍ਰਿਕ ਟਨ ਉਸ ਤੋਂ ਅਗਲੇ ਸਾਲ ਵੀ ਪਈ ਸੀ। ਉਹ 9 ਲੱਖ ਅਸੀਂ ਇਸ ਦਫਾ ਬਿਲਕੁਲ ਐਗਜ਼ੌਸਟ ਕੀਤੀ। ਠੀਕ ਹੈ। ਨਵਾਂ ਮਾਡਲ ਲੈ ਕੇ ਆਏ ਕਿ ਜਨਾਬ ਜਿਹੜੀ ਕਣਕ ਹੁਣ ਅਸੀਂ ਇਸ ਸਾਲ ਖਰੀਦਣੀ ਹੈ 3 ਮਿਲੀਅਨ ਮੈਟ੍ਰਿਕ ਟਨ, 30 ਲੱਖ ਮੈਟ੍ਰਿਕ ਟਨ, ਉਹ ਅਸੀਂ 31 ਮਾਰਚ ਤੱਕ ਐਗਜ਼ੌਸਟ ਕਰ ਦੇਣੀ ਹੈ। ਠੀਕ। ਇਹ ਜਿਹੜੀ ਕੰਟਰੈਕਟਿੰਗ ਕੀਤੀ, ਫਾਰਵਰਡ ਕੰਟਰੈਕਟਿੰਗ ਐਗਜ਼ੌਸਟ ਕਰਨੀ ਹੈ। ਉਹਦਾ ਫਾਇਦਾ ਇੱਕ ਹੋਏਗਾ ਕਿ ਸਾਨੂੰ ਇੰਟਰਸਟ ਨਹੀਂ ਪਵੇਗਾ। ਠੀਕ ਹੈ। ਸਾਡੀ ਕਣਕ ਖਰਾਬ ਨਹੀਂ ਹੋਵੇਗੀ। ਸਾਡੇ ਆਮ ਤੌਰ ਤੇ ਵੇਖਿਆ ਤੁਸੀਂ ਭੜੋਲਿਆਂ 'ਚ ਕਣਕ ਪਈ ਹੋਵੇ, ਅਗਲੇ ਸਾਲ ਜਾ ਕੇ ਸੁਸਰੀ ਲੱਗ ਜਾਂਦੀ ਹੈ, ਉਹ ਆਟਾ ਅੱਧਾ ਰਹਿ ਜਾਂਦਾ, ਉਹਦੇ ਵਿੱਚੋਂ ਸਾਰੀ ਅੱਧੀ ਉਹਦੀ ਜਿਹੜੀ ਉਹ ਵੇਟ ਹੀ ਅੱਧਾ ਰਹਿ ਜਾਂਦਾ। ਸਾਡੀਆਂ ਮਾਵਾਂ ਭੈਣਾਂ ਗੋਲੀਆਂ ਪਾਉਂਦੀਆਂ ਰਹਿੰਦੀਆਂ ਨੇ। ਸੁਸਰੀ ਕੱਢ ਕੇ ਅਸੀਂ ਫਿਰ ਕਈ ਦਾ ਯਾਦ ਹੈ ਮੈਨੂੰ ਕਿ ਵਿੱਚ ਕੋਈ ਸੁਸਰੀ ਵਿੱਚ ਰਹਿ ਵੀ ਜਾਣੀ। ਜੋ ਆਟਾ ਪੀਸਿਆ ਜਾਣਾ ਤੇ ਆਟਾ ਕੌੜਾ ਜਿਹਾ ਲੱਗਦਾ ਹੁੰਦਾ ਸੀ, ਰੋਟੀ ਲੱਗਦੀ ਹੁੰਦੀ ਸੀ ਨਾ। ਬਿਲਕੁਲ ਠੀਕ ਕਹਿ ਰਹੇ ਹੋ। ਤੇ ਅਸੀਂ ਬੇਸਿਕਲੀ ਉਹ ਚੀਜ਼ ਤੋਂ ਬਚਾਉਣ ਲਈ ਇਹ ਇੱਕ ਐਸਾ ਇੱਕ ਫਾਰਵਰਡ ਲੁਕਿੰਗ ਮਾਡਲ ਹੈ ਕਿ ਇਨਸ਼ਾਅੱਲਾ ਅੱਲਾਹ ਤਾਲਾ ਖੈਰ ਕਰੇ। ਇਨੀਸ਼ਲੀ ਇਹਦੇ ਬਾਰੇ 'ਚ ਬਹੁਤ ਗੱਲਾਂ ਹੋਈਆਂ ਕਿ ਜੀ ਉਹ ਜੀ ਕੰਪਨੀਆਂ ਨੂੰ ਫ੍ਰੀ ਬਾਰਦਾਨਾ ਦੇ ਰਹੇ, ਨਹੀਂ ਗਵਰਨਮੈਂਟ ਅਸੀਂ ਕਿਸਾਨ ਨੂੰ ਦੇ ਰਹੇ। ਠੀਕ ਹੈ। ਡਾਇਰੈਕਟ ਕਿਸਾਨ ਨੂੰ ਦੇ ਰਹੇ, ਕੰਪਨੀ ਕਿਹੜੀ ਦੇ ਰਹੇ। ਔਰ ਉਹ ਕਿਸਾਨ ਲੈ ਕੇ ਗੰਦਮ ਆਉਂਦਾ ਸਾਡੇ ਗੋਦਾਮ ਸਟੋਰ ਹੋਣੀ, ਉਹ ਕੱਲ ਨੂੰ ਅਸੀਂ ਉਹੀ ਬਾਰਦਾਨਾ ਜਿਹੜਾ ਵੇ ਜਿੰਨੇ ਦਾ ਆਉਂਦਾ ਵੇ ਉਹਦੇ ਤੋਂ 6 ਅਰਬ ਦਾ ਵੇ, ਇਹਦੀ ਕਮ ਸੇ ਕਮ 3 ਅਰਬ ਦੀ ਸਬਸਿਡੀ ਜਿਹੜੀ ਆਟੇ 'ਚ ਪਾਸ ਥਰੂ ਹੋਏਗੀ। ਕਿਉਂਕਿ ਅਸੀਂ ਫਲੋਰ ਮਿਲ ਨੂੰ ਜਦੋਂ ਬਾਰਦਾਨਾ ਜਾਣਾ ਹੈ, ਜੂਟ ਬੈਗ ਜਿਹੜਾ ਹੈ ਜੀ, ਉਹ ਅਸੀਂ ਅੱਧੀ ਕੀਮਤ ਦੇ ਉੱਤੇ ਉਹਨਾਂ ਨੂੰ ਆਟੇ ਦੀ ਕੀਮਤ 'ਚ ਐਡਜਸਟ ਕਰੀਦਾ। ਬਿਲਕੁਲ ਸਹੀ। ਉਹ ਫਿਰ ਉਹਦਾ ਫਾਇਦਾ ਵੀ ਅੱਗੇ ਆਵਾਮ ਨੂੰ ਜਾਂਦਾ। ਇੱਕ ਤਰਫ ਕਿਸਾਨ ਦਾ ਫਾਇਦਾ, ਦੂਸਰੇ ਬੰਨੇ ਇਹ ਵੇ ਕਿ ਆਵਾਮ ਦਾ ਫਾਇਦਾ। ਦੋਨੋਂ ਸਾਈਡ ਤੇ ਫੈਸ ਹੋਤਾ ਜਾਂਦਾ। ਤੇ ਬਿਲਕੁਲ ਐਸਾ ਕੋਈ ਗੱਲ ਨਹੀਂ। ਦੂਸਰੀ ਗੱਲ ਇਹ ਉਹਨਾਂ ਨੇ ਗੱਲ ਇਹ ਕਰਦੇ ਨੇ ਜੀ ਉਹ ਜੀ ਪ੍ਰੋਫਿਟ ਦੇ ਰਹੇ ਨਾਲ 70% ਫਾਈਨੈਂਸਿੰਗ ਕਾਸਟ ਦੇ ਰਹੇ ਨੇ। ਗੱਲ ਇਹ ਵੀ ਕਿ ਮਾਡਲ ਸਟਾਰਟ ਹੋ ਰਿਹਾ ਵੇ, ਇਹਦੇ ਪਿੱਛੇ ਇਹ ਦੁਨੀਆ ਦੇ ਵਿੱਚ ਹੁੰਦਾ ਵੇ ਕਿ ਅਸੀਂ ਇਹ ਇਨਸੈਂਟੀਵਾਈਜ਼ ਕਰਨ ਲਈ ਪ੍ਰਾਈਵੇਟ ਸੈਕਟਰ ਨੂੰ ਲੈ ਕੇ ਆਏ ਕਿ ਜਨਾਬ ਤੁਸੀਂ ਆਓ, ਅਸੀਂ ਜਿਹੜਾ ਵੇ ਸਾਡੀ ਇਨਐਫੀਸ਼ੀਐਂਸੀ ਹੈ ਸਿਸਟਮ ਦੇ ਵਿੱਚ, ਸਾਡੀ ਕਣਕ ਜਿਹੜੀ ਉਹ ਖਰਾਬ ਹੋ ਜਾਂਦੀ ਹੈ, ਚੋਰੀ ਹੋ ਜਾਂਦੀ ਹੈ, ਪ੍ਰੋਪਰ ਸਟੋਰ ਨਹੀਂ ਹੁੰਦੀ, ਉਹਦੇ ਵਿੱਚ ਕਣਕ ਜਿਹੜੀ ਹੈ ਉਹ ਜਦੋਂ ਕੁਆਲਿਟੀ ਅੱਛੀ ਨਹੀਂ ਹੁੰਦੀ, ਉਹਦਾ ਆਟਾ ਨਹੀਂ ਚੰਗਾ ਬਣਦਾ, ਸ਼ਿਕਾਇਤਾਂ ਹੁੰਦੀਆਂ ਨੇ ਕਿ ਜਨਾਬ ਹਕੂਮਤ ਦਾ ਦਿੱਤਾ ਗਿਆ ਆਟਾ ਜਿਹੜਾ ਉਹ ਸਹੀ ਕੁਆਲਿਟੀ ਦਾ ਨਹੀਂ। ਤਾਂ ਅਸੀਂ ਫਿਰ ਉਹ ਜਿਹੜਾ ਵੀ ਉਹਦੇ ਲਈ ਜ਼ਰੂਰੀ ਸੀ ਕਿ ਐਸਾ ਸਿਸਟਮ ਲੈ ਕੇ ਆਈਏ ਕਿ ਸਾਰੀ ਜ਼ਿੰਮੇਵਾਰੀ ਪ੍ਰਾਈਵੇਟ ਸੈਕਟਰ ਦੀ। ਸਾਡੇ ਗੋਦਾਮਾਂ 'ਚ ਕਣਕ ਰੱਖਣਗੇ, ਸਾਡਾ ਬੰਦਾ ਬੈਠਾ ਹੋਏਗਾ, ਲੇਕਿਨ ਉਹਦੀ ਸਾਡੇ ਬੰਦੇ ਦੀ ਜ਼ਿੰਮੇਵਾਰੀ ਇਹ ਨਹੀਂ ਹੋਏਗੀ ਕਿ ਜੀ ਉਹਦੀ ਫਿਊਮੀਗੇਸ਼ਨ ਕਰਨੀ ਹੈ, ਦਵਾਈ ਪਾਉਣੀ ਹੈ, ਉਹਦੀ ਪ੍ਰੋਪਰ ਇੱਕ ਦਾਣੇ ਦੀ ਹਿਫਾਜ਼ਤ ਕਰਨੀ ਹੈ। ਜਦੋਂ ਅਸੀਂ ਉਹ ਫਿਰ ਰਿਲੀਜ਼ ਕਰਨਾ ਉਸ ਵੇਲੇ ਅਸੀਂ ਪੇਮੈਂਟ ਕਰਨੀ ਹੈ। 262 ਅਰਬ ਰੁਪਇਆ ਅਸੀਂ ਇੰਨੀ ਕਣਕ ਅਗਰ ਸਰਕਾਰੀ ਖਜ਼ਾਨੇ ਤੋਂ ਲੈਂਦੇ, 262 ਅਰਬ ਰੁਪਇਆ ਅਪਫਰੰਟ ਸਾਨੂੰ ਦੇਣਾ ਪੈਣਾ ਸੀ। ਅਸੀਂ ਇੱਕ ਵੇਲੇ 1 ਰੁਪਇਆ ਅਪਫਰੰਟ ਨਹੀਂ ਦੇ ਰਹੇ। 262 ਅਰਬ ਯਾਨੀ ਕਿ 262 ਅਰਬ ਤੁਸੀਂ ਬਚਾ ਰਹੇ ਹੋ। ਉਹ ਬੇਸਿਕਲੀ ਕੀ ਹੋ ਰਿਹਾ ਵੇ, ਕਣਕ ਕੋਈ ਹੋਰ ਲੈ ਰਿਹਾ, ਤੁਸੀਂ ਕਣਕ ਲਈ ਹੈ, ਠੀਕ ਹੈ, ਤੁਸੀਂ ਆਪਣੇ ਪੈਸੇ ਨਾਲ ਕਣਕ ਲਈ ਹੈ, ਅਸੀਂ ਤੁਹਾਨੂੰ ਸਤੰਬਰ ਤੋਂ ਆਨਵਰਡ ਉਹਦਾ ਮੁਨਾਫਾ ਤੇ ਉਹਦੀ ਕਣਕ ਦੀ ਪੇਮੈਂਟ ਸ਼ੁਰੂ ਕਰਨੀ। ਜਦੋਂ ਅਸੀਂ ਕਣਕ ਤੁਹਾਡੇ ਕੋਲ ਲੈ ਕੇ ਮਿੱਲਾਂ ਨੂੰ ਦੇਣੀ ਹੈ ਤੇ ਆਟਾ ਸਸਤਾ ਦੇਣਾ, ਉਦੋਂ ਤੁਸੀਂ ਪੇਮੈਂਟ ਕਰਨੀ ਹੈ। ਆਮ ਤੌਰ ਤੇ ਕਮੋਡਿਟੀ ਐਕਸਚੇਂਜ ਮਾਰਕੀਟ ਦੇ ਵਿੱਚ ਜਿਹੜਾ ਨਾ ਉਹਦੇ ਵਿੱਚ ਇਹ ਕਿਹਾ ਜਾਂਦਾ ਅਗਰ ਆਇਲ ਹੈ, ਗੈਸ ਹੈ, ਵੀਟ ਹੈ, ਕਮੋਡਿਟੀ ਮਾਰਕੀਟ ਦੇ ਵਿੱਚ ਜਿਹੜਾ ਵੇ ਇਹ ਫਾਰਵਰਡ ਕੰਟਰੈਕਟਿੰਗ 'ਚ ਆਉਂਦੀ ਹੈ ਜਾਂ ਕਮੋਡਿਟੀ ਜਿਹੜੀ ਹੈ ਉਹਦੇ ਵਿੱਚ ਫਿਊਚਰਸ ਦੇ ਵਿੱਚ ਆਉਂਦੀ ਹੈ। ਕਿਉਂਕਿ ਫਿਊਚਰਸ ਕੀ ਹੈ ਕਿ ਜਨਾਬ ਜਿਹੜੀ ਸਤੰਬਰ 'ਚ ਹੀ ਕਣਕ ਲੈਣੀ ਉਹਨਾਂ ਨੂੰ ਆਮ ਤੌਰ 'ਤੇ ਕਹੇ ਜਾਂਦੇ ਸੀ ਸਤੰਬਰ ਵੀਟ ਜੀ, ਫਿਰ ਅਕਤੂਬਰ ਵੀਟ, ਉਹ ਫਿਰ ਉਹਨੂੰ ਉਸ ਹਿਸਾਬ ਨਾਲ ਜਿਹੜਾ ਕਿ ਸਤੰਬਰ ਵੀਟ ਇੰਨੇ ਦੀ ਹੋਏਗੀ, ਅਕਤੂਬਰ ਵੀਟ ਇੰਨੇ ਦੀ ਹੋਏਗੀ, ਉਹਦਾ ਪੂਰਾ ਇੱਕ ਅਸੀਂ ਟਾਈਮ ਸੀਰੀਜ਼ ਐਨਾਲਿਸਿਸ ਕਰਕੇ ਪਿਛਲੇ 20 ਸਾਲ ਦਾ ਔਰ ਮੈਡਮ ਸੀਐਮ ਨੂੰ ਪ੍ਰੈਜ਼ੈਂਟ ਕੀਤਾ। ਔਰ ਮੈਡਮ ਸੀਐਮ ਇਜ਼ ਰੀਅਲੀ ਇੰਟਰਸਟਿਡ ਇਨ ਡਾਟਾ ਐਨਾਲਿਟਿਕਸ ਔਰ ਉਸ ਤੋਂ ਬਾਅਦ ਜਿਹੜਾ ਵੀ ਉਹਦੀ ਬੇਸਿਸ ਤੇ ਪਾਲਿਸੀ ਡਿਸੀਜਨਸ ਲੈਣਾ। PSCR ਦਾ ਡਾਟਾ 2 ਸਾਲ ਦੇ ਵਿੱਚ ਸੀਨੀਅਰ ਮਿਨਿਸਟਰ ਮਰੀਮ ਔਰੰਗਜ਼ੇਬ ਸਾਹਿਬਾ ਦੀ ਸਰਬਰਾਹੀ ਦੇ ਵਿੱਚ ਮੈਡਮ ਨੇ ਟੀਮ ਬਣਾਈ, ਉਹਨਾਂ ਨੇ ਬਣਾਇਆ ਹੈਕਟਿਕ ਐਫਰਟਸ ਦੇ ਨਾਲ। ਇਸ ਵੇਲੇ ਨਿਗਮਾਨ ਰਮਜ਼ਾਨ ਪੈਕੇਜ ਪੂਰਾ ਉਸ 'ਤੇ ਰਨ ਹੋਇਆ। ਸਾਡਾ ਬਿਸਪ ਦੇ ਪੈਰਲਲ ਡਾਟਾ ਜਿਹੜਾ ਤੁਸੀਂ ਕਹਿ ਸਕਦੇ ਕਿ 99.9% ਨਾ ਹੋਵੇ ਤੇ 95% ਪਲੱਸ ਇਟਸ ਐਕੂਰੇਟ। ਹਾਂਜੀ, ਕਿਉਂਕਿ ਉਹ ਹੁਣੀ ਤੇ ਕਲੈਕਟ ਹੋਇਆ ਵਾ, ਖੁਦ ਕਲੈਕਟ ਕੀਤਾ, ਫਿਲਟਰ ਹੋ ਕੇ ਨਾ, ਫਿਲਟਰ ਹੋ ਕੇ ਜਿਸ ਤਰ੍ਹਾਂ ਮਰੀਮ ਕੋ ਬਤਾਏ ਦੇ ਉੱਤੇ ਰਜਿਸਟਰਡ ਹੋ ਰਹੇ ਲੋਕ, ਉਹ ਵੀ ਉਧਰ ਆ ਰਹੇ ਨੇ, ਹਰ ਤਰ੍ਹਾਂ ਯਾਨੀ ਕਿ ਇੱਕ ਸਿਸਟਮ ਐਸਾ ਬਣ ਰਿਹਾ ਕਿ ਜਿਹੜੇ ਵਲਨਰੇਬਲ ਲੋਕ ਨੇ ਉਹਨਾਂ ਨੂੰ ਅਸੀਂ ਡਾਇਰੈਕਟ ਸਬਸਿਡਾਈਜ਼ ਕਰੀਏ ਔਰ ਇੱਕ ਟਾਈਮ ਆਵੇ ਕਿ ਆਹਿਸਤਾ ਆਹਿਸਤਾ ਅਸੀਂ ਇਹਦੇ ਵਿੱਚੋਂ ਜਿਹੜੀ ਹੈ ਨਾ ਸਬਸਿਡੀ ਕਿ ਸਾਰਿਆਂ ਨੂੰ ਆਟਾ, ਫॉर ਐਗਜ਼ਾਮਪਲ ਤੁਸੀਂ ਜਾਓ ਮਾਰਕੀਟ 'ਚ ਜਿਹੜਾ ਸਸਤਾ ਆਟਾ ਹਕੂਮਤ ਦਿੰਦੀ ਤੁਸੀਂ ਵੀ ਖਾ ਰਹੇ, ਮੈਂ ਵੀ ਖਾ ਰਿਹਾ, ਸਹੀ। ਬੇਸਿਕਲੀ ਗਰੀਬ ਨੂੰ ਸਬਸਿਡੀ ਨਹੀਂ ਮਿਲ ਰਹੀ, ਡਾਇਰੈਕਟਲੀ ਮਿਲ ਰਹੀ ਉਹਨਾਂ ਨੂੰ, ਲੇਕਿਨ ਅਸੀਂ ਸਾਰੇ ਬੈਨੀਫਿਟ ਲੈ ਰਹੇ ਹਾਂ, ਸਾਰੇ ਲੈ ਰਹੇ ਹਾਂ। ਜਦੋਂ ਇਹ ਫਿਊਚਰ ਦੇ ਵਿੱਚ PSCR ਡਾਟਾ ਬੇਸਿਸ ਤੇ ਹੋਏਗਾ, ਅਸੀਂ ਆਟਾ ਦੀ ਸਪਲਾਈ ਡਾਇਰੈਕਟ ਜਿਹੜੀ ਕਿਸੇ ਤਰ੍ਹਾਂ ਗਵਰਨਮੈਂਟ ਡਿਸਾਈਡ ਕਰੇਗੀ, ਇਹ ਪਾਲਿਸੀ ਡਿਸੀਜਨ ਹੈ ਕਿ ਅਗਰ ਕਰਦੀ ਹੈ ਤਾਂ ਫਿਰ PSCR ਡਾਟਾ ਦੇ ਥਰੂ ਉਹਨੂੰ ਮਹੀਨੇ ਦਾ ਜਿਹੜਾ ਜਿਸ ਤਰ੍ਹਾਂ ਰਾਸ਼ਨ ਕਾਰਡ 3000 ਦੇ ਰਹੇ ਇਸੇ ਤਰ੍ਹਾਂ ਇਹਨੇ ਲੋਕਾਂ ਨੂੰ ਦਿੱਤਾ ਜਾਏਗਾ ਬੜਾ ਇਫੈਕਟਿਵ ਤਰੀਕੇ ਦੇ ਨਾਲ। ਜਿਹੜੇ ਗਰੀਬ ਬੰਦੇ ਨੂੰ ਜ਼ਰੂਰਤ ਉਹਨੂੰ ਮਿਲੇਗਾ, ਜਿਹਨੂੰ ਨਹੀਂ, ਮੈਨੂੰ ਨਹੀਂ ਜ਼ਰੂਰਤ, ਤੁਹਾਨੂੰ ਨਹੀਂ ਜ਼ਰੂਰਤ, ਤੇ ਅਸੀਂ ਕਿਉਂ ਸਸਤਾ ਆਟਾ ਖਾਈਏ, ਨਾਰਮਲ ਰੇਟ ਲੱਗਦਾ, ਤਾਂ ਕਿਸਾਨ ਨੂੰ ਰੇਟ ਹੀ ਮਿਲੇਗਾ। ਬਿਲਕੁਲ ਠੀਕ ਹੈ। ਇਹ ਤਾਂ ਤੁਸੀਂ ਬੜਾ ਦੱਸ ਰਹੇ ਹੋ ਕਿ ਨਵਾਂ ਸਿਸਟਮ ਲੈ ਕੇ ਆ ਰਹੇ ਹੋ, ਇਹਨੂੰ ਹੋਰ ਜਿਹੜੇ ਅਸੀਂ ਆਪਣੇ ਰੱਖ ਕੇ ਸਾਂਭ ਕੇ ਵੇਚਦੇ ਸੀ ਉਹ ਗੌਰਮੈਂਟ ਦੇ ਰਹਿਣਗੇ।
ਰੇਟ ਦੇ ਹਵਾਲੇ ਨਾਲ ਦੱਸੋ, ਸ਼ਾਰਟ ਦੇ ਵਿੱਚ ਜਿਹੜਾ ਰੇਟ ਤੁਸੀਂ ਕੱਢਿਆ ਉਹਦੇ ਮੁਤਾਬਕ ਲੈ ਰਹੇ ਨੇ ਜਿਹੜੇ ਰੇਟ ਪ੍ਰਾਈਵੇਟ ਮਾਰਕੀਟ 'ਚ ਲੋਕ ਵੇਚਦੇ ਆ, ਜਾਂ ਕਿਸੇ ਜਗ੍ਹਾ ਤੇ ਕੋਈ ਸ਼ਿਕਾਇਤ ਕੋਈ ਐਸੀ ਹੈਗੀ? ਤੁਸੀਂ ਵੇਖੋਗੇ ਕਿ ਜ਼ਰਾ ਤੁਸੀਂ ਸਿਰਫ ਜਾ ਕੇ ਨਾ ਇੱਕ ਦਫਾ ਜਸਟ ਇੱਕ ਤੁਸੀਂ ਮਾਸ਼ਾਅੱਲਾ ਸੋਸ਼ਲ ਮੀਡੀਆ ਦੇ ਉੱਤੇ ਇੱਕ ਨਾਮ ਜੇ ਤੁਸੀਂ ਜਸਟ ਮੈਸੇਜ ਕਰੋਗੇ ਜੀ ਕਣਕ ਦਾ ਰੇਟ ਕੀ ਹੈ ਅੱਜ ਫਲਾਣੀ ਮੰਡੀ 'ਚ, ਠੀਕ ਹੈ, ਤੁਹਾਨੂੰ 34 3500 3600 3800 3900 ਤੱਕ ਨਜ਼ਰ ਆਏਗਾ ਕਿਸਾਨ ਦਾ ਰੇਟ। ਯਾਨੀ ਕਿ ਅਸੀਂ ਬਤੌਰ ਗਵਰਨਮੈਂਟ ਜਿਹੜਾ ਵੇ ਬਤੌਰ ਥਰੂ ਪ੍ਰਾਈਵੇਟ ਸੈਕਟਰ ਸਭ ਤੋਂ ਵੱਡੇ ਆੜਤੀ ਦੇ ਤੌਰ ਤੇ ਗਵਰਨਮੈਂਟ ਬੈਠੇ ਹੈ ਮਾਰਕੀਟ 'ਚ, ਔਰ ਅਸੀਂ ਕਿਹਾ ਜੀ ਤੁਸੀਂ ਮਾਰਕੀਟ 'ਚੋਂ ਕਿਸਾਨ ਨੂੰ ਕਿਹਾ ਜੀ ਚੰਗਾ ਰੇਟ ਸਾਡੇ ਤੋਂ ਮਿਲਦਾ ਉੱਥੋਂ ਲੈ ਲਓ, ਉੱਥੇ ਕਣਕ ਵੇਚ ਦਿਓ, ਨਹੀਂ ਤੇ ਸਾਡੇ ਕੋਲ ਵੇਚ ਦਿਓ 3500 ਤੇ। ਠੀਕ, ਤੇ ਐਡਾ ਜ਼ਿਆਦਾ ਉਹਨੂੰ ਮਾਸ਼ਾਅੱਲਾ ਅੱਛਾ ਰੇਟ ਮਿਲ ਰਿਹਾ ਕਿ ਸਾਡੇ ਵੱਲ ਇੰਟਰਸਟ ਉਹਨਾਂ ਨਹੀਂ ਹੈ। ਹਾਂਜੀ, ਉਹਨਾਂ ਇੰਟਰਸਟ ਸਾਡੇ ਵੱਲ ਉਹਨਾਂ ਦਾ ਘੱਟ ਹੈ, ਕਹਿੰਦੇ ਜੀ ਅਸੀਂ ਉੱਥੇ ਵੇਚ ਰਹੇ ਹਾਂ, ਜ਼ਿਆਦਾ ਮਿਲ ਰਿਹਾ। ਬਿਲਕੁਲ ਅਸੀਂ ਕਹਿੰਦੇ ਵੇਚਣ। ਇਹ ਤੇ ਬੇਸਿਕਲੀ ਪਰਪਸ ਹੈ ਨਾ ਕਿ ਕਿਸਾਨ ਨੂੰ ਇੱਕ ਚੀਜ਼ ਦਾ ਇਹ ਮਿਲਣਾ ਸ਼ੁਰੂ ਹੋ ਗਿਆ, ਨੈਕਸਟ ਈਅਰ ਹੋਰ ਬਿਹਤਰ ਹੋਏਗਾ, ਨੈਕਸਟ ਈਅਰ ਅਸੀਂ ਡਾਇਰੈਕਟ ਕਿਸਾਨ ਤੱਕ ਚਲੇ ਜਾਵਾਂਗੇ ਕਿ ਪ੍ਰਾਈਵੇਟ ਸੈਕਟਰ ਦੀ ਬਜਾਏ ਇਹ ਚੀਜ਼ ਜਿਹੜੀ ਹੈ ਸਾਡੇ ਨਾਲ ਕਰ ਲਏਗਾ, ਔਰ ਉੱਥੋਂ ਹੀ ਸਿੱਧਾ ਸਤੰਬਰ ਦੇ ਵਿੱਚ ਜਿਹੜੀ ਕਣਕ ਚਾਹੀਦੀ ਹੋਏਗੀ ਫਲੋਰ ਮਿਲ ਨੂੰ ਕਹਾਂਗੇ ਜਨਾਬ ਫਲਾਂ ਜਿਹੜਾ ਰਿਹਾ ਚੌਧਰੀ ਪ੍ਰਵੇਸ਼ ਸਾਹਿਬ ਨੇ ਉਹਨਾਂ ਦੇ ਕੋਲ ਜਨਾਬ 1000 ਮਣ ਕਣਕ ਪਈ ਹੈ, ਅਸੀਂ ਉਹਨਾਂ ਨੂੰ ਹੁਣੇ ਟ੍ਰਾਂਸਫਰ ਕਰੋ ਪੈਸੇ, ਅਸੀਂ ਆਪਣਾ ਹਿੱਸਾ ਉਹਨਾਂ ਨੂੰ ਟ੍ਰਾਂਸਫਰ ਕਰਨੇ ਪ੍ਰੋਫਿਟ ਦਾ, ਤੁਸੀਂ ਜਾ ਕੇ ਉੱਥੋਂ ਚੁੱਕ ਲਓ। ਸਿੰਪਲ ਵੇ ਹੋਏਗਾ, ਸਿੰਪਲ ਵੇ ਹੋਏਗਾ। ਤੇ ਇਹ ਜਿਹੜਾ ਮਾਡਲ ਹੈ ਬੇਸਿਕਲੀ ਉਧਰ ਨੂੰ ਜਾਏਗਾ ਇਨਸ਼ਾਅੱਲਾ, ਔਰ ਇਹ ਬੜੀ 6 7 8 ਮਹੀਨੇ ਦੀ ਐਫਰਟ ਦੇ ਨਾਲ ਬੈਂਕਸ ਨਾਲ ਨੈਗੋਸ਼ੀਏਟ ਕੀਤਾ, ਇਸ਼ੂਜ਼ ਵੀ ਆਏ G2G ਤੇ ਅਸੀਂ ਹੁਣ ਜਿਹੜਾ ਵੀ ਇੱਕ ਬੜੀ ਡਾਕੂਮੈਂਟੇਸ਼ਨ ਕੀਤੀ, ਇੱਕ ਪੂਰਾ ਇੱਕ ਸਿਸਟਮ ਨਵਾਂ ਬਣਾਇਆ ਔਰ ਉਹਦੇ ਵਿੱਚ ਪੂਰੀ ਟੀਮ ਪੰਜਾਬ ਦੀ ਐਫਰਟਸ ਰਾਈਟ ਫਰੋਮ ਮੈਡਮ CM ਉਹਨਾਂ ਦਾ ਵਿਜ਼ਨ ਸੀ, ਚੀਫ ਸੈਕਟਰੀ ਸਾਹਿਬ ਦੀ ਸਰਬਰਾਹੀ 'ਚ ਸੀਨੀਅਰ ਮਿਨਿਸਟਰ SACM ਜਿਹੜੀ ਨੇ ਸਲਮਾ ਭੱਟ ਸਾਹਿਬਾ ਮੈਡਮ ਨੇ, ਸੈਕਟਰੀ ਸਾਹਿਬਾ, ਐਵਰੀਵਨ ਕਿ ਉਹਨਾਂ ਨੇ ਇੰਨਾ ਜਿਹੜਾ ਇਹਦੇ 'ਚ ਕੀ ਕੀਤਾ ਚਿਪਨ ਕੀਤਾ ਕਿ ਅਲਹਮਦੁਲਿਲਾ ਇਸ ਵੇਲੇ ਸਾਡਾ ਮਾਡਲ ਵੈਰੀ ਰੋਬਸਟ। ਇਸ ਵੇਲੇ 13 ਸਾਡੇ ਕੋਲ ਐਗਰੀਗੇਟਰ ਕੰਪਨੀਆਂ ਨੇ, ਕੁਝ ਛੋਟਾ ਸ਼ੇਅਰ ਚੁੱਕ ਰਹੀਆਂ ਨੇ, ਕੁਝ ਵੱਡਾ ਚੁੱਕ ਰਹੀਆਂ ਨੇ, ਤੇ ਇਨਸ਼ਾਅੱਲਾ ਅੱਲਾਹ ਤਾਲਾ ਖੈਰ ਕਰੇ। ਇਹ ਇਸ ਦਫਾ ਕੰਪਲੇਨ ਨਹੀਂ ਹੈਗੀ ਜਿਹੜੀ ਕਿ ਤੁਸੀਂ ਜਦੋਂ ਦੱਸਿਆ ਸੋਸ਼ਲ ਮੀਡੀਆ, ਤੇ ਜਦੋਂ ਪਹਿਲੀ ਦਫਾ ਮੈਡਮ CM ਸਾਹਿਬਾ ਦਾ ਹੁਕੂਮਤ ਦਾ ਪਹਿਲਾ ਸਾਲ ਸੀ ਹਲਫ ਚੁੱਕਿਆ ਸੀ ਤੇ ਅੱਗੋਂ ਆਉਂਦਿਆਂ ਨਾਲ ਹੀ ਕਣਕ ਵਾਲਾ ਆ ਗਿਆ ਸੀ, ਜਿਹੜਾ ਰੌਲਾ ਪਿਆ ਸੀ ਇਸ ਦਫਾ ਲੋਕ ਸਕੂਨ 'ਚ, ਮੈਂ ਖੁਦ ਵੀ ਪਿੰਡ ਗਿਆ ਵਾਂ, ਠੇਕੇਦਾਰ ਨਾਲ ਮਿਲ ਕੇ ਆਇਆ, ਪੁੱਛਿਆ ਉਹਨੇ ਕਿ ਜੀ ਪੈਸੇ ਹਫ਼ਤੇ ਕੁ ਤੱਕ ਮਿਲ ਜਾਣਗੇ, ਤੇ ਮੈਂ ਪੁੱਛਿਆ ਰੇਟ ਉਹਨਾਂ ਕਿ ਜਿਹੜਾ ਗਵਰਨਮੈਂਟ ਦਾ ਰੇਟ ਜੀ ਉਹੀ ਮਿਲ ਰਿਹਾ ਸਾਨੂੰ, ਬਲਕਿ ਮੁਮਕਿਨ ਹੈ ਕਿ 100 200 ਉੱਤੇ ਹੀ ਮਿਲੇ। ਤੇ ਇਹ ਉਹ ਤੁਸੀਂ ਠੀਕ ਕਰਿਓ, ਇਹ ਉਲਾਮੇ ਜਿਹੜੇ ਪੈਸਨ ਉਹ ਨਹੀਂ ਹੈਗੇ, ਇੱਕ ਚੰਗੀ ਖੁਸ਼ਲੀ ਗੱਲ ਹੈ। ਇਹ ਦੱਸੋ ਕਿ ਕੋਈ ਜ਼ਮੀਨਾਂ ਸ਼ੀਨਾਂ ਦਿੰਦੇ ਪਏ ਹੋ ਤੁਸੀਂ, ਮਤਲਬ ਕਿ ਜ਼ਮੀਨਾਂ ਕੰਟਰੈਕਟ ਦੇ ਰਹੇ ਹੋ, ਕਿਰਾਏ ਤੇ ਦੇ ਰਹੇ ਹੋ, ਜਿਨ੍ਹਾਂ ਕੋਲ ਨਹੀਂ 8-10 ਏਕੜ ਦੇ ਹਿਸਾਬ ਨਾਲ ਕੁਝ ਇਸ ਤਰ੍ਹਾਂ ਦਾ, ਉਹ ਕੀ? ਜੀ ਇਹ ਜੀ ਆਪਣਾ ਖੇਤ ਆਪਣਾ ਰੋਜ਼ਗਾਰ ਜਿਹੜਾ ਨਾ, ਤੁਸੀਂ ਵੇਖੋ ਕਿ ਇਹ ਬੇਸਿਕਲੀ ਵਿਜ਼ਨ ਜਿਹੜਾ ਹੈ ਨਾ ਉੱਤੇ ਮੀਆਂ ਨਵਾਜ਼ ਸ਼ਰੀਫ ਸਾਹਿਬ ਦਾ ਚੱਲ ਰਿਹਾ ਹੈ। ਇਹਨਾਂ ਨੇ ਆਪਣੇ ਹਾਰੀਆਂ ਵਾਲਾ ਜਿਹੜਾ ਮਾਡਲ ਹੈ, ਫਿਰ ਉਹਨਾਂ ਨੂੰ ਉਹ ਜਦੋਂ ਉਹਨਾਂ ਦਾ ਜਿਹੜੀ ਇਹ ਗਾਈਡੈਂਸ ਹੈ ਵੀ ਹਰ ਵੇਲੇ ਅਵੇਲੇਬਲ ਹੈ, ਇਜ਼ ਦਾ 3 ਟਾਈਮਸ ਪ੍ਰਾਈਮ ਮਿਨਿਸਟਰ, ਵਨ ਆਫ ਦ ਸਟੇਟਸਮੈਨ ਆਫ ਦ ਵਰਲਡ ਐਂਡ ਦਿਸ ਕੰਟਰੀ। ਤੋ ਉਹਨਾਂ ਨੇ ਜਿਹੜਾ ਸੀ ਸਭ ਤੋਂ ਪਹਿਲਾਂ ਕਿ ਸਰਕਾਰੀ ਜ਼ਮੀਨ ਜਿਹੜੀ ਅਵੇਲੇਬਲ ਹੈ ਸਾਡੇ ਕੋਲ, ਜਿਹੜੀ ਕਲਟੀਵੇਬਲ ਹੈ ਉਹ ਜ਼ਮੀਨ ਜਿਹੜੀ ਹੈ ਆਇਡੈਂਟੀਫਾਈ ਕਰਵਾਈ, ਔਰ ਬਾਕਾਇਦਾ ਇਹਦਾ ਬੜਾ ਰਿਗਰਸ ਇਹਦੇ ਉੱਤੇ ਕੰਮ ਹੋਇਆ, ਔਰ ਉਹਨੂੰ ਟੋਟਲੀ ਜੀਓ ਟੈਗ ਕੀਤਾ ਗਿਆ, ਔਰ ਤਕਰੀਬਨ 100 ਐਂਡ ਮੇਰਾ ਖਿਆਲ ਹੈ ਕੋਈ 1,25,000 ਜਾਂ 30,000 ਏਕੜ ਦੇ ਕਰੀਬ ਜ਼ਮੀਨ ਹੈ, ਉਹ 30,000 ਜਿਹੜੀਆਂ ਉਹਦੀਆਂ ਲੋਟਸ ਨੇ, ਤਕਰੀਬਨ 30,000 ਫੈਮਿਲੀ ਨੂੰ ਉਹ ਮਿਲਣਗੀਆਂ, ਔਰ ਟੋਟਲੀ ਮੋਜ਼ਾ ਵਾਈਜ਼ ਮਿਲਣਗੀਆਂ, ਔਰ ਤੁਸੀਂ ਅਪਲਾਈ ਕਰ ਸਕਦੇ ਕਿ ਤੁਹਾਡੇ ਮੋਜ਼ੇ ਦੇ ਵਿੱਚ ਤੁਸੀਂ ਆਨਲਾਈਨ ਜਾਓਗੇ ਉਸ ਦੇ ਉੱਤੇ ਜਦੋਂ ਤੇ ਅਪਲਾਈ ਕਰੋਗੇ ਤੁਹਾਡੇ ਮੋਜ਼ੇ 'ਚ ਪਤਾ ਲੱਗ ਜਾਏਗਾ ਇਹ ਮੇਰੇ ਲਾਟਾਂ ਨੇ ਕਰੀਬ, ਤੁਸੀਂ ਅਪਲਾਈ ਕਰੋਗੇ ਉਹਦੇ ਲਈ, ਉਹ ਫਿਰ ਜੇਕਰ ਇੱਕ ਤੋਂ ਜ਼ਿਆਦਾ ਹੋਣਗੇ ਤਾਂ ਉਹਦਾ ਜਿਹੜਾ ਵੇ ਬੈਲਟਿੰਗ ਹੋਏਗੀ, ਨਹੀਂ ਤਾਂ ਤੁਸੀਂ ਇਕੱਲੇ ਜੇ ਅਗਰ ਤੁਹਾਨੂੰ ਮਿਲ ਜਾਏਗੀ ਉਹਦੀ ਫਿਰ ਬੜੀ ਜਿਹੜੀ ਇਹ ਪ੍ਰੈਕਟੀਕਲੀ ਜਿਹੜਾ ਵੇ 10 ਸਾਲ ਲਈ ਦਿੱਤੀ ਜਾ ਰਹੀ ਹੈ, ਲੇਕਿਨ ਐਕਚੁਅਲੀ ਜਿਹੜੀ ਜ਼ਮੀਨ ਹੈ ਉਹਨਾਂ ਜਿਹੜਾ ਵਿਜ਼ਨ ਹੈ ਉਹ ਇਹੀ ਹੈ ਕਿ ਇਹਨੂੰ ਆਸਤਾ ਆਸਤਾ ਜਿਹੜਾ ਨਾ ਉਹ ਰਾਈਟਸ ਜਿਹੜੇ ਨੇ ਉਹ ਅੱਗੇ ਦੇ ਦਿੱਤੇ ਜਾਣ ਉਹਨਾਂ ਨੂੰ, ਤੇ ਤਾਂ ਕਿ ਇਹ ਵੀ ਕਿ ਰੋਜ਼ਗਾਰ ਦਾ ਇੱਕ ਸਿਸਟਮ ਹੈ। ਉਹ ਜਦੋਂ 1,25,000 ਏਕੜ ਜਿਹੜੀ ਜ਼ਮੀਨ ਹੈ ਉਹ ਤੁਸੀਂ ਵੇਖੋ ਕਿ ਉਹ ਆਏਗੀ, ਤੇ ਉਹਦੇ ਨਾਲ ਅਲਟੀਮੇਟਲੀ ਤੁਸੀਂ ਅੰਦਾਜ਼ਾ ਕਰੋ ਕਿ ਅਗਰ ਸਿਰਫ ਕਣਕ ਲਾਈ ਜਾਵੇ ਤਾਂ ਕਣਕ ਤੁਹਾਡੀ ਤਕਰੀਬਨ 2 ਲੱਖ ਮੈਟ੍ਰਿਕ ਟਨ ਤੇ ਸਿਰਫ ਕਣਕ ਜਿਹੜੀ ਤੁਹਾਡੀ ਆ ਜਾਏਗੀ। ਲੇਕਿਨ ਇਹ ਦੱਸੋ ਕਿ ਤੁਸੀਂ ਕਿਉਂਕਿ ਆਪ ਵੀ ਪਿੰਡਾਂ ਦੇ ਜੇ ਇਹ ਜਿਹੜੀ ਜ਼ਮੀਨਾਂ ਦਿਓਗੇ, ਇਹ ਕੀ ਸਾਡੇ ਉਹ ਭੋਰ ਕਹਿੰਦੇ ਆ ਕਿ ਭੋਰ ਆ ਜਿਹੜੀ ਮਤਲਬ ਕਿ ਉਹਨੂੰ ਬਣਾਉਣਾ ਪੈਂਦਾ, ਉਹਨੂੰ ਵਾਹਣਾ ਪੈਂਦਾ, ਉਹਦੇ ਤੇ ਪਹਿਲੇ ਸ਼ੁਰੂ 'ਚ 2 ਸਾਲ ਮਿਹਨਤ ਕਰਨੀ ਪੈਂਦੀ ਹੈ, ਇਹ ਜ਼ਮੀਨਾਂ ਕਿਹੋ ਜਿਹੀਆਂ ਨੇ, ਦੀ ਹਾਲਤ ਕਿਹੋ ਜਿਹੀ ਹੋਗੀ ਜਿਹੜੀ? ਸਰ ਅੱਛੀ ਜ਼ਮੀਨ ਹੈ, ਜਿਹੜੀ ਕਲਟੀਵੇਬਲ ਜ਼ਮੀਨ ਹੈ ਉਹਨੂੰ ਔਰ ਐਗਰੀਕਲਚਰ ਡਿਪਾਰਟਮੈਂਟ ਇਹਨੂੰ ਲੁੱਕ ਆਫਟਰ ਕਰ ਰਿਹਾ ਕਿ ਜਿਹੜੀ ਐਸੀ ਹੈ ਚੈੱਕ ਕੀਤੀ ਗਈ ਹੈ ਬਾਕਾਇਦਾ, ਔਰ ਫਿਰ ਮਜ਼ੇ ਦੀ ਗੱਲ ਹੈ ਕਿ ਇਹਨੂੰ 50,000 ਫੀ ਏਕੜ ਦੇ ਹਿਸਾਬ ਨਾਲ ਜਿੰਨੀ ਤੁਹਾਡੀ ਲੋਟ ਆਏਗੀ ਤੁਹਾਨੂੰ ਜਿਹੜਾ ਵੇ ਸਬਸਿਡੀ ਦਿੱਤੀ ਜਾਏਗੀ, ਸਟਾਰਟ 'ਚ ਪੈਸੇ ਦਿੱਤੇ ਜਾਣਗੇ,
ਕਿ ਤੁਸੀਂ ਇਹ ਜ਼ਮੀਨ ਨੂੰ ਜਿਹੜਾ ਵੇ ਪਹਿਲੀ ਜਿਹੜੀ ਕਿਸ਼ਤ ਹੈ ਇਹਦੀ 70% ਦੇ ਕਰੀਬ ਪਹਿਲੇ 3 ਮਹੀਨਿਆਂ 'ਚ ਦਿੱਤੀ ਜਾਏਗੀ ਤਾਂ ਕਿ ਤੁਸੀਂ ਉਹਨੂੰ ਸੈੱਟ ਕਰ ਲਓ ਹਾਂਜੀ ਤੇ ਬਾਕੀ ਵਾਲੀ ਉਸ ਤੋਂ ਬਾਅਦ ਦਿੱਤੀ ਜਾਏਗੀ। ਔਰ ਇੱਕ ਟਾਈਮ ਆਏਗਾ ਕਿ ਏਜ ਫਿਰ ਕਿਸਾਨ ਕਾਰਡ ਨਾਲ ਲਿੰਕ ਹੋ ਜਾਏਗੀ ਕਿ ਤੁਸੀਂ ਇਸ ਵੇਲੇ 9 ਲੱਖ ਕਿਸਾਨ ਜਿਹੜੇ ਨੇ ਫੈਮਲੀਜ਼ ਨੇ ਉਹ ਤਕਰੀਬਨ 250 ਅਰਬ ਰੁਪਏ ਦਾ ਲੋਨ ਇੰਟਰਸਟ ਫ੍ਰੀ ਯੂਜ਼ ਕਰ ਚੁੱਕੇ ਨੇ। ਕਿੰਨਾ ਤੁਸੀਂ ਕਿਸਾਨ ਕਾਰਡ ਟੋਟਲ ਕਿੰਨਾ 9 ਲੱਖ ਹੋ ਚੁੱਕਿਆ ਵੇ ਔਰ ਉਹਦੇ ਤੇ ਫਰਦਰ ਲਿਮਿਟ ਜਦੋਂ ਉੱਪਰ ਕੀਤੀ ਗਈ 25 ਏਕੜ ਤੇ ਲੈ ਕੇ ਗਏ ਨੇ ਤੇ ਅਲਟੀਮੇਟਲੀ ਹੋਰ ਵੀ ਐਡ ਹੋਣਗੇ। ਉਹਦਾ ਕੀ ਹੁੰਦਾ ਹੈ ਕਿ ਜਿਹੜੇ ਆੜਤੀ ਦੇ ਕੋਲੋਂ ਪੈਸੇ ਲੈ ਕੇ ਜ਼ਮੀਨ ਖਾਦ ਤੇ ਉਹਦੀ ਦਵਾਈ ਲੈਂਦੇ ਸੀ ਹੁਣ ਉਹ ਗਵਰਨਮੈਂਟ ਦੇ ਰਹੀ ਤੇ ATM ਬਣਿਆ ਤੁਹਾਡਾ ਜੀ, ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਆਉਣੇ ਨੇ। ਤੁਹਾਡਾ 5 ਕਿੱਲੇ ਪੈਲੀ ਹੈ, ਤੁਸੀਂ ਜਨਾਬ 1.5 ਲੱਖ ਰੁਪਈਆ ਤੁਹਾਡੇ ਅਕਾਊਂਟ 'ਚ ਆਇਆ, ਤੁਸੀਂ ਜਨਾਬ ਬੀਜ ਲਓ, ਤੁਸੀਂ ਖਾਦ ਲਓ, ਉਹਨੂੰ ਪਾਓ, ਜਿਸ ਵੇਲੇ ਫਸਲ ਆਏਗੀ ਉਸ ਵੇਲੇ ਗਵਰਨਮੈਂਟ ਨੂੰ ਵਾਪਸ ਕਰ ਦਿਓ ਤੇ ਜਦੋਂ ਵਾਪਸ ਕਰੋਗੇ ਨਾਲ ਹੀ ਅਗਲੇ 2-4 ਦਿਨ ਦੇ ਵਿੱਚ ਦੁਬਾਰਾ ਤੁਹਾਡੇ ਅਕਾਊਂਟ 'ਚ 1.5 ਲੱਖ ਹੋਰ ਆ ਜਾਏਗਾ। ਕ੍ਰੈਡਿਟ ਕਾਰਡ ਲਈ ਗੱਲ ਹੀ ਹੋ ਗਈ, ਸਿੱਧੀ ਜੀ ਗੱਲ ਹੈ ਜੀ। ਉਹਦੇ ਵਿੱਚ ਕ੍ਰੈਡਿਟ ਕਾਰਡ ਤੇ ਇੰਟਰਸਟ ਪੈਂਦਾ, ਇਹ 'ਚ ਇੰਟਰਸਟ ਕੋਈ ਨਹੀਂ ਤੁਹਾਨੂੰ ਕੋਈ ਨਹੀਂ ਹੈਗਾ ਤੇ ਉਹ ਬੜਾ 9 ਲੱਖ ਜਿਹੜਾ ਫੈਮਿਲੀ ਕਾਰਡ ਇਸਤੇਮਾਲ ਕਰੇ ਤੇ ਜ਼ੀਰੋ ਇਹਦੇ ਸਰ ਜ਼ੀਰੋ ਇੰਟਰਸਟ ਹੈ। ਤੁਸੀਂ ਇਹ ਵੇਖੋ ਕਿ ਔਰ ਇਹਦੀ ਵਾਪਸੀ ਮਤਲਬ ਜਿਹੜੀ ਤੁਸੀਂ ਹੁਣ ਤੱਕ ਕੀਤੇ ਆ ਵਾਪਸੀ ਦੀ ਕੀ ਸੂਰਤ ਸਰ 99% ਲੋਕ ਵਾਪਸ ਕਰ ਰਹੇ ਲੋਕ ਆਟੋਮੈਟਿਕਲੀ ਕਰ ਰਹੇ ਨੇ ਜੀ ਵਿਦ ਇਨ ਦੀ ਸਟਿਪੂਲੇਟਡ ਟਾਈਮ ਜਿਹੜਾ ਵੇ। ਤੁਸੀਂ ਅੰਦਾਜ਼ਾ ਕਰੋ ਕਿ ਸਾਡੇ ਲੋਕਾਂ ਦੇ ਬਾਰੇ 'ਚ ਔਰ ਸਭ ਤੋਂ ਵੱਡਾ ਇਸ਼ੂ ਜਿਹੜਾ ਸਾਡੇ ਕਿਸਾਨਾਂ ਦੇ ਬਾਰੇ 'ਚ ਇਹ ਸੀ ਸਾਰੇ ਆਮ ਤੌਰ ਤੇ ਅਕਸਰ ਦੇ ਕੋਲ ਤੇ ਉਹ ਬਟਨ ਵਾਲਾ ਫੋਨ ਵੀ ਨਹੀਂ ਹੁੰਦਾ ਨਾ ਤੇ ਟੱਚ ਵਾਲਾ ਕਿਹੜਾ ਕਰਨਾ ਤੇ ਉਹਦੇ ਵਿੱਚ ਉਹ ਜਿਹੜੇ ਨੇ ਉਹਨਾਂ ਨੂੰ ਇੱਕ ਡਿਜੀਟਲ ਬੈਂਕਿੰਗ ਸਿਸਟਮ ਦੇ ਨਾਲ ਉਹਨਾਂ ਨੂੰ ਲਿੰਕ ਕਰਨਾ ਬਹੁਤ ਵੱਡਾ ਚੈਲੰਜ ਸੀ। ਬਿਲਕੁਲ ਠੀਕ ਇਹ 'ਚ ਟੀਮਸ ਨੇ, ਐਗਰੀਕਲਚਰ ਡਿਪਾਰਟਮੈਂਟ ਨੇ, ਬੈਂਕ ਆਫ ਪੰਜਾਬ ਨੇ, PITB ਨੇ, ਈਵਨ ਸਾਡੇ SMU ਨੇ ਬੜੀ ਐਫਰਟਸ ਕੀਤੀਆਂ। ਹੁਣ ਤੁਸੀਂ ਵੇਖੋ ਕਿ SMU ਜਿਹੜਾ ਵੇ ਹਰ ਕਿਸਾਨ ਨੂੰ ਮੈਂ ਤੁਹਾਨੂੰ ਉਸ ਤਰ੍ਹਾਂ ਜਿਸ ਦੇ ਦੱਸ ਰਿਹਾ ਕਾਲ ਕਰਦਾ ਪੁੱਛਦਾ ਕਿ ਜਨਾਬ ਤੁਹਾਡੇ ਕੋਈ ਮਸਲਾ ਤੇ ਨਹੀਂ ਆਇਆ। ਉਹ ਕਹਿੰਦੇ ਜੀ ਮੇਰੇ ਪਿੰਡ ਦਾ ਇਸ਼ੂ ਸੀ, ਅਸੀਂ ਬੈਂਕ ਆਫ ਪੰਜਾਬ ਨਾਲ ਟੇਕ ਅਪ ਕਰਨੇ ਆ ਡੇਲੀ ਦੀ, ਯਾਨੀ ਕਿ 15-20 ਹਜ਼ਾਰ ਲੋਕਾਂ ਦੇ ਨਾਲ ਰਾਬਤਾ ਹੁੰਦਾ ਗਵਰਨੈਂਸ ਰਿਲੇਟਡ। ਤੁਹਾਡੀ ਵੱਡੀ ਟੀਮ ਤੁਸੀਂ ਦੱਸਿਆ ਸੀ ਲਾਸਟ ਸਾਰੀ ਦੀ ਸਾਰੀ, ਲੇਕਿਨ ਅੱਜ ਤੁਸੀਂ ਦੱਸ ਰਹੇ ਹੋ ਕਿ 10 ਤੋਂ 15 ਹਜ਼ਾਰ ਲੋਕਾਂ ਨਾਲ ਡੇਲੀ ਰਾਬਤਾ, डेली 20 हज़ार बंदे का जो एक्चुअल रिस्पॉन्स है। हॉस्पिटल में पेशेंट जाता है, किसान कार्ड है, दूसरा राशन कार्ड है, एक्साइज एंड टैक्सेशन है, पुलिस है, अराजी रिकॉर्ड सेंटर जाता है कोई। ਇਹ ਜਿਹੜੇ ਨੇ ਕਿ ਹਰ ਤਰ੍ਹਾਂ ਦੀ ਜਿਹੜੀ ਡਿਫਰੈਂਟ ਆਸਪੈਕਟਸ ਨੇ ਨਾ ਗਵਰਨੈਂਸ ਦੇ, ਅਸੀਂ ਉਹਨਾਂ ਨੂੰ CM ਸਾਹਿਬਾਂ ਦੀ ਇੱਕ ਵਿਜ਼ਨ ਦੇ ਤਹਿਤ ਟੱਚ ਕਰਨੇ ਕਿ ਐਕਚੁਅਲ ਜਿਹੜਾ ਪਾਲਿਸੀ ਟੇਕਰ ਹੈ ਆਵਾਮ ਹੈ ਉਹਨਾਂ ਦੀ ਇਨਪੁਟ ਲੈ ਕੇ ਤੁਸੀਂ ਜਿਹੜਾ ਵੇ ਇਹ ਉਹ ਪਾਲਿਸੀ ਦੇ ਵਿੱਚ ਬਿਲਡ ਇਨ ਕਰਨੀ ਹੈ ਕਿ ਸਿਰਫ ਇਹ ਵੇ ਕਿ ਪ੍ਰੈਜੈਂਟੇਸ਼ਨਸ ਦੀ ਬੇਸਿਸ ਦੇ ਉੱਤੇ ਕੰਮ ਨਹੀਂ ਚੱਲਣਾ, ਐਕਚੁਅਲ ਔਰ ਹਰ ਬੰਦੇ ਦੀ ਵਾਇਸ ਰਿਕਾਰਡਡ ਹੁੰਦੀ ਹੈ ਕਿ ਅਗਰ ਕੋਈ ਇਸ਼ੂ ਆ ਰਿਹਾ ਤਾਂ ਕੋਈ ਕਿਸੇ ਲੱਗੇ ਕਿ ਨਹੀਂ ਜੀ ਐਸੀ ਗੱਲ ਨਹੀਂ ਹੈ, ਤੁਹਾਨੂੰ ਕਿ ਜੀ ਇਹ ਸਾਰੀ ਚੀਜ਼ਾਂ ਡਿਪਾਰਟਮੈਂਟਸ ਨਾਲ ਸ਼ੇਅਰ ਹੁੰਦੀਆਂ। ਔਰ ਜਿਹੜਾ ਕਿਸਾਨ ਕਾਰਡ ਦੀ ਇਨੀਸ਼ੀਅਲੀ ਇਸ਼ੂਜ਼ ਆ ਰਹੇ ਸਨ ਤੇ ਲੋਕ 65% ਨੇ ਸ਼ੁਰੂ 'ਚ ਕਿਹਾ ਜੀ ਸਰ ਬਿਲਕੁਲ ਠੀਕ ਹੈ, ਬਾਕੀ 35% ਕਹਿੰਦੇ ਸਾਨੂੰ ਮਸਲੇ ਆ ਰਹੇ। ਇਸ ਵੇਲੇ ਉਹ ਲੈਸ ਦੈਨ 10% ਰਹਿ ਗਏ ਨੇ। ਬਾਰ-ਬਾਰ ਫੀਡਬੈਕ ਉਹਨਾਂ ਦੀ ਡਿਜੀਟਲ ਲਿਟਰੇਸੀ ਔਰ ਬੈਂਕਿੰਗ ਲਿਟਰੇਸੀ ਇੰਨੀ ਜ਼ਿਆਦਾ ਕਿਸਾਨਾਂ ਦੀ ਹੋ ਗਈ ਹੈ ਕਿ ਹੁਣ ਦੇ ਆਰ ਸੈਲਫ ਸਫੀਸ਼ੀਐਂਟ ਨਾਓ ਅਲਹਮਦੁਲਿਲਾ। ਮੈਂ ਕਹਿ ਰਹੀ ਜੀ ਇਹ ਕਿੰਨੀ ਵੱਡੀ ਖਿਦਮਤ ਤੁਸੀਂ ਕਰ ਰਹੇ ਹੋ ਕਿ ਸਾਡੇ ਗੁਆਂਢ ਵਾਲਾ ਪੰਜਾਬ ਆ ਇੰਡੀਆ ਦਾ। ਅਸੀਂ ਅਕਸਰ ਸੋਸ਼ਲ ਮੀਡੀਆ ਤੇ ਵੇਖਦੇ ਹਾਂ ਕਿ ਉੱਥੇ ਦੇ ਕਿਸਾਨ ਖੁਦਕੁਸ਼ੀ ਕਰਦੇ ਆ। ਇੰਡੀਆ ਦੇ ਕਿਸਾਨਾਂ ਦੀ ਖੁਦਕੁਸ਼ੀ ਦੀ ਅਗਰ ਤੁਸੀਂ ਰੇਸ਼ੀ ਵੇਖੋ, ਸਿਰਫ ਇਸ ਵਾਸਤੇ ਉਹਨਾਂ ਕਰਜ਼ਾ ਲਿਆ ਤੇ ਉਹਦੇ ਤੇ ਜਿਹੜਾ ਸੂਦ ਇੰਨਾ ਹੋ ਗਿਆ ਕਿ ਵਾਪਸ ਨਹੀਂ ਕਰਨਾ ਪੈ ਰਿਹਾ। ਔਰ ਸਭ ਤੋਂ ਖੂਬਸੂਰਤ ਗੱਲ ਇਹ ਕਿ ਤੁਹਾਡੇ ਕਿਸਾਨਾਂ ਨੂੰ ਉਹ ਕਰਜ਼ਾ ਵੀ ਲੈ ਰਹੇ ਤੇ ਸੂਦ ਵੀ ਨਹੀਂ ਹੈਗਾ। ਝਿੰਗਿਆਂ ਵਾਲੀ ਗੱਲ ਦੱਸੋ ਕਿ ਇਹ ਕਿੰਨਾ ਕੁ, ਕਿਉਂਕਿ ਅਸੀਂ ਪਿਛਾਂ ਵੇਖਿਆ ਮਰੀਮ ਸਾਹਿਬਾ ਨੇ ਉਹਦੇ ਤੇ ਕਾਫੀ ਜ਼ਿਆਦਾ ਇਹਦੇ ਤੇ ਮਿਹਨਤ ਕਰ ਰਹੇ, ਉਹਨਾਂ ਦਾ ਬੜਾ ਇਹਦੇ ਤੇ ਉਹ ਚਾਹੁੰਦੇ ਨੇ ਇਹਨਾਂ ਨੂੰ ਐਕਸਪੋਰਟ ਕਰੇ ਜਾਓ। ਪਾਕਿਸਤਾਨ ਐਕਸਪੋਰਟ ਮਾਰਕੀਟ 'ਚ ਜਗ੍ਹਾ ਬਣਾ ਲਏਗਾ, ਇੱਕ ਬਿਲਕੁਲ ਨਵੀਂ ਚੀਜ਼ ਲੈ ਕੇ ਤੁਸੀਂ ਜਾ ਰਹੇ। ਵੇਖੋ ਜੀ ਐਕਵਾ ਕਲਚਰ ਇੱਕ ਮੈਡਮ ਮਰੀਮ ਨਵਾਜ਼ ਸ਼ਰੀਫ ਸਾਹਿਬਾ ਨੇ ਨਾ ਇੱਕ ਪੰਜਾਬ ਇਕਨੋਮਿਕ ਟਰਾਂਸਫਾਰਮੇਸ਼ਨ ਕਮੇਟੀ ਬਣਾਈ ਹੈ ਜਿਹੜੀ CM ਮਿਨਿਸਟਰ ਸਾਹਿਬਾ ਹੈਡ ਕਰ ਰਹੀਆਂ ਨੇ। ਬੇਸਿਕਲੀ ਐਗਰੋ ਪ੍ਰੋਸੈਸਿੰਗ ਉਹਦੀ ਬੇਸ ਹੈ ਕਿ ਕਿੱਥੇ ਕਿੱਥੇ ਸਾਡੇ ਆਲੂ ਪੈਦਾ ਹੁੰਦਾ ਹੈ, ਕਿੱਥੇ ਸਾਡਾ ਜਿਹੜਾ ਵੇ ਕਿੰਨੂ ਪੈਦਾ ਹੁੰਦਾ ਵੇ, ਕਿੱਥੇ ਸਾਡੇ ਅਸੀਂ ਜਿਹੜੀ ਫਿਸ਼ ਐਕਵਾ ਕਲਚਰ ਉਹਨੂੰ ਪ੍ਰਮੋਟ ਕਰ ਸਕਨੇ ਹਾਂ, ਉਹਨਾਂ 'ਚ ਵੈਲਿਊ ਐਡੀਸ਼ਨ ਕੀ ਹੋ ਸਕਦੀਆਂ। ਇਹ ਫਿਰ ਜਿਹੜਾ ਇਹਨੂੰ ਜਿਹੜਾ ਫਿਸ਼ਰੀਜ਼ ਹੈ ਇਹਨੂੰ ਹੈਡ ਕਰ ਰਹੀਆਂ ਨੇ ਸੀਨੀਅਰ ਮਿਨਿਸਟਰ ਮਰੀਮ ਔਰੰਗਜ਼ੇਬ ਸਾਹਿਬਾ, ਜਿਹੜੀਆਂ ਮਾਸ਼ਾਅੱਲਾ ਵੇਖੋ ਤੁਸੀਂ ਕਿ ਕਿੰਗਸ ਕਾਲਜ ਤੋਂ ਜਿਹੜੀਆਂ ਨੇ ਪੜ੍ਹੀਆਂ ਨੇ ਲੰਡਨ ਤੋਂ, ਔਰ ਉਹਨਾਂ ਦਾ ਜਿਹੜਾ ਸਬਜੈਕਟ ਇਹ এনवायरमेंट ਰਿਲੇਟਡ ਔਰ ਇਸ ਤਰ੍ਹਾਂ ਔਰ ਉਹਨਾਂ ਦਾ ਬੜਾ ਇੰਟਰਨੈਸ਼ਨਲ ਐਕਸਪੋਜਰ ਹੈ ਇਸ ਮਾਮਲੇ ਦੇ ਵਿੱਚ, ਤੇ ਉਹ ਇਸ ਚੀਜ਼ ਨੂੰ ਹੈਡ ਕਰ ਰਹੀਆਂ। ਔਰ 5000 ਏਕੜ ਦਾ ਜਿਹੜਾ ਪੂਰਾ ਇੱਕ ਲੋਟ ਜਿਹੜੀ ਲਗਾਈ ਗਈ ਹੈ ਕਿ ਉਹਨੂੰ ਝੀਂਗਾ ਔਰ ਇਹ ਸਾਰੀ ਚੀਜ਼ਾਂ ਜਿਹੜੀਆਂ ਨੇ ਇਹਨਾਂ ਨੂੰ ਐਕਵਾ ਕਲਚਰ ਪ੍ਰਮੋਟ ਕਰਕੇ ਤੇ ਇਹਨਾਂ ਨੂੰ ਇੰਟਰਨੈਸ਼ਨਲ ਮਾਰਕੀਟ ਜਗ੍ਹਾ ਬਣਾਈ ਹੈ। ਔਰ ਮਾਸ਼ਾਅੱਲਾ ਜਿਹੜਾ ਉਹਦਾ ਪਾਇਲਟ ਹੈ ਬੜਾ ਅੱਛਾ ਜਾ ਰਿਹਾ। ਔਰ ਜਿਸ ਤਰ੍ਹਾਂ ਕੱਲ੍ਹ ਵੀ ਤੁਸੀਂ ਸੁਣਿਆ ਹੋਵੇਗਾ ਕਿ ਜ਼ਿਲ੍ਹਾ ਪੰਜਾਬ ਮੁਹਤਰਮ ਮਰੀਮ ਨਵਾਜ਼ ਸ਼ਰੀਫ ਸਾਹਿਬ ਨੇ ਤਕਰੀਬਨ 1 ਮਿਲੀਅਨ ਜਾਨਵਰ ਦੀ ਗੋਸ਼ਤ ਔਰ ਉਹਦੀ ਐਕਸਪੋਰਟ ਦੀ ਜਿਹੜੀ ਹੈ ਨਾ ਉਹ ਟਾਰਗੇਟ ਦਿੱਤਾ ਲਾਈਵ ਸਟਾਕ ਨੂੰ। ਇਸੇ ਤਰ੍ਹਾਂ ਇਸ ਦਾ ਵੀ ਟਾਰਗੇਟਸ ਨੇ
ਔਰ ਉਹ ਵੀ ਉਸੇ ਤਰ੍ਹਾਂ ਉਹਨੂੰ ਬੜਾ ਵਿਜੀਲੈਂਟਲੀ ਜਿਹੜਾ ਵੇ ਪਰਸੂ ਕੀਤਾ ਜਾ ਰਿਹਾ ਵੇ। ਔਰ ਇਨਸ਼ਾਅੱਲਾ ਤੁਸੀਂ ਬੜੀ ਜਲਦੀ ਨਿਊਜ਼ ਸੁਣੋਗੇ ਕਿ ਪਾਕਿਸਤਾਨ ਨੇ ਇੰਨੇ 1000 ਟਨ ਝੀਂਗਾ ਜਿਹੜਾ ਵੇ ਫਲਾਹ ਮੁਲਕ ਭੇਜਿਆ ਵੇ, ਜਾਂ ਜਿਹੜਾ ਵੇ ਐਕਵਾਕਲਚਰ ਬੜਾ ਪ੍ਰਮੋਟ ਹੋ ਰਿਹਾ, ਇਹਨੂੰ ਬਾਕਾਇਦਾ ਇਕਨੋਮਿਕ ਟਰਾਂਸਫਰਮੇਸ਼ਨ ਜਿਹੜੀ ਹੈ ਉਹਦੇ ਵਿੱਚ ਬਾਕਾਇਦਾ ਐਜ਼ ਡਿਲੀਵਰੇਬਲਸ ਐਡ ਕੀਤਾ ਗਿਆ ਵੇ ਪੰਜਾਬ ਦੇ ਵਿੱਚ। ਬਿਲਕੁਲ ਠੀਕ ਹੈ। ਹੋਰ ਕੀ ਤੁਸੀਂ ਸਮਝ ਰਹੇ ਹੋ ਕਿ ਪੰਜਾਬ ਵਿੱਚੋਂ ਐਕਸਪੋਰਟ ਹੋ ਸਕਦਾ? ਪਿਛਲੇ ਜੀ ਸੁਣਿਆ ਸੀ ਮਾਲਟਿਆਂ ਤੇ ਜਿਹੜੇ ਤੁਹਾਡੇ ਆਲੂ ਨੇ ਉਹਦੇ ਬਾਰੇ ਕੁਝ ਮਤਲਬ ਚੀਜ਼ਾਂ ਕੀਤੀਆਂ ਨੇ, ਕਿਹੜੀ ਚੀਜ਼ ਤੁਸੀਂ ਮਜ਼ੀਦ ਐਕਸਪੋਰਟ ਕਰਨ ਦੇ ਬਾਰੇ? ਮੈਂ ਇਹ ਜੀ ਵੇਖੋ, ਇੱਕ ਮਾਡਲ ਸੀ ਜਿਹਦੇ ਤਹਿਤ ਵਜ਼ੀਲਾ ਸਾਹਿਬਾ ਨੇ, ਮੁਹਤਰਮਾ ਮਰੀਨ ਆਸ਼ਿਫ ਸਾਹਿਬਾ ਨੇ ਇਕਨੋਮਿਕ ਟਰਾਂਸਫਰਮੇਸ਼ਨ ਕਮੇਟੀ ਬਣਾਈ, ਜਿਹਦੇ ਵਿੱਚ ਇੰਟਰ ਡਿਪਾਰਟਮੈਂਟਲ ਜਿਹੜੀ ਰਿਪਰੈਜ਼ੈਂਟੇਸ਼ਨ ਨੇ, ਇਹਨੂੰ ਸੀਐਮ ਮਿਨਿਸਟਰ ਸਾਹਿਬਾ ਚੇਅਰ ਕਰ ਰਹੀਆਂ ਨੇ। ਔਰ ਤੁਸੀਂ ਇਸ ਦਫਾ ਵੇਖੋ ਕਿ ਆਲੂ ਦੀ ਵਜ੍ਹਾ ਤੋਂ ਜੀ ਸਾਡਾ ਕਿਸਾਨ ਦਾ ਇਹ ਵੇ ਕਿ ਸਾਡਾ ਓਵਰਆਲ ਸਾਈਕੀ ਹੈ, ਮੇਰੀ ਵੀ ਸਾਈਕੀ, ਤੁਸੀਂ ਵੀ ਮਾਸ਼ਾਅੱਲਾ ਜ਼ਿਮੀਂਦਾਰ ਜੇ, ਸਾਈਕੀ ਇਹ ਵੇ ਕਿ ਐਰਕੀ ਵੇਖਿਆ ਨਾ ਕਿ ਜਨਾਬ ਕਿਸੇ ਨੂੰ ਗੰਨੇ 'ਚ ਫਾਇਦਾ ਹੋ ਗਿਆ ਜ਼ਿਆਦਾ, ਅਗਲੀ ਵਾਰੀ ਸਾਰਿਆਂ ਗੰਨਾ ਲਾ ਲਿਆ। ਉਹ ਜਦੋਂ ਗੰਨਾ ਲੱਗ ਜਾਂਦਾ ਵੇ ਗੰਨਾ ਵਾਧੂ ਹੋ ਜਾਂਦਾ, ਸਾਨੂੰ ਬੀਜਣਾ ਹੀ ਉਹ ਹੁੰਦਾ ਨਾ। ਸਾਡੇ ਤੇ ਵੱਡਿਆਂ ਨੂੰ ਇਹ ਹੁੰਦਾ ਸੀ ਜਨਾਬ ਮਕਈ ਬੀਜ ਲਈ, ਕਣਕ ਬੀਜ ਲਈ, ਗੰਨਾ ਬੀਜ ਲਿਆ, ਉਹ ਆਪਣਾ ਵੇਲਣਾ ਲਾ ਲਿਆ, ਉੱਥੇ ਗੁੜ ਬਣਾ ਰਿਹਾ ਜੀ। ਉਹ ਜਦੋਂ ਫਿਰ ਵੱਧ ਜਾਂਦੀ ਚੀਜ਼, ਗਲਾਟਾ ਆ ਜਾਂਦਾ, ਤਾਂ ਅਲਟੀਮੇਟਲੀ ਉਹ ਫਿਰ ਨੁਕਸਾਨ ਹੁੰਦਾ ਹੈ। ਆਲੂਆਂ 'ਚ ਇਹ ਹੋਇਆ, ਬਾਰਡਰ ਸਾਡਾ ਬੰਦ ਹੋ ਗਿਆ ਜਿਸ ਵਜ੍ਹਾ ਤੋਂ ਉਹ ਫਿਰ ਨਾ ਸੈਂਟਰਲ ਏਸ਼ੀਅਨ ਸਟੇਟਸ ਨਾ ਜਾ ਸਕਿਆ, ਫਿਰ ਅਲਟੀਮੇਟਲੀ ਉਹਨਾਂ ਨੂੰ ਜਿਹੜਾ ਬਹੁਤ ਜ਼ਿਆਦਾ ਪ੍ਰੋਬਲਮਸ ਆਏ। ਤੇ ਇਹਦਾ ਇਹ ਸੋਚਿਆ ਗਿਆ ਕਿ ਅਸੀਂ ਸ਼ੈਲਫ ਲਾਈਫ ਕਿਉਂ ਨਹੀਂ ਵਧਾਉਂਦੇ? ਵਜ਼ੀਲਾ ਸਾਹਿਬ ਨੇ ਸੋਚਿਆ 1 ਡਿਸਟ੍ਰਿਕਟ 1 ਪ੍ਰੋਡਕਟ ਮਿਨੀਮਮ, ਔਰ ਸ਼ੈਲਫ ਲਾਈਫ ਵਧਾਈ ਅਸੀਂ ਇਹਦੀ। ਆਲੂ ਦੀ ਜਿਹੜੀ ਵੀ ਉਹ ਐਗਰੋ ਪ੍ਰੋਸੈਸਿੰਗ ਦਾ ਪੂਰਾ ਜ਼ੋਨ ਜਿਹੜਾ ਵੇ ਸਾਈਵਾਲ ਡਿਵੀਜ਼ਨ 'ਚ ਬਣ ਰਿਹਾ ਵੇ, ਔਰ ਇਕਨੋਮਿਕ ਟਰਾਂਸਫਰਮੇਸ਼ਨ ਕਮੇਟੀ ਦੇ ਅੰਡਰ ਹੀ ਇਹ ਜਿਹੜਾ ਵੇ ਪੂਰਾ ਇਹਨੂੰ ਐਗਜ਼ੀਕਿਊਟ ਕੀਤਾ ਜਾ ਰਿਹਾ। ਔਰ ਉਹਦੇ ਨਾਲ ਇਹ ਹੋਏਗਾ ਕਿ ਜਨਾਬ ਇਹਦੀ ਜਿਹੜੀ ਚਿਪਸ ਬਣੇਗੀ, ਇਹਦੀ ਦੂਸਰੀ ਕਹਿਣਾ ਕੀ ਨਾਮ ਹੈ ਇਹਦਾ, ਸਟਾਰਚ ਬਣੇਗਾ, ਜਿਹਦੀ ਅਸੀਂ ਅਸਲਾਂਟੀ ਵਗੈਰਾ ਖਾਂਦੇ ਉਸ ਸਟਾਰਚ ਦੀ ਬਣਦੀ, ਤਾਂ ਉਹ ਤਾਂ ਕਿ ਉਹਦੀ ਸ਼ੈਲਫ ਲਾਈਫ ਵਧੇ, ਵੈਲਿਊ ਐਡੀਸ਼ਨ ਹੋਵੇ। ਕਿ ਅਗਰ ਫਾਰ ਐਗਜ਼ਾਮਪਲ $1 ਦਾ ਆਲੂ ਅਸੀਂ ਭੇਜੀਏ ਹੁਣ ਕਿਤੇ ਜਗ੍ਹਾ 'ਤੇ ਤਾਂ 5, 7, $10 ਦਾ ਵਿਕ ਸਕੇ। ਠੀਕ ਇਸੇ ਤਰ੍ਹਾਂ ਜਿਹੜੀ ਕਿੰਨੂ ਦਾ ਵੀ ਇਸੇ ਤਰ੍ਹਾਂ ਹੀ ਹੈ, ਉਹ ਵੀ ਉਹਨੂੰ ਐਡ ਕੀਤਾ ਗਿਆ ਵੀ ਇਸ ਦੇ ਵਿੱਚ ਐਗਰੋ ਪ੍ਰੋਸੈਸਿੰਗ ਦੇ ਵਿੱਚ। ਔਰ ਇਹ ਐਸੀ ਚੀਜ਼ਾਂ ਨੇ ਕਿ ਜਿਹੜੇ ਅਸੀਂ ਅਗਲੇ 1.5-2 ਸਾਲ ਦੇ ਵਿੱਚ ਔਨ ਗਰਾਊਂਡ ਮੈਡਮ ਸੀਐਮ ਨੇ ਇਹ ਡਾਇਰੈਕਸ਼ਨਸ ਦਿੱਤੀਆਂ ਇਸ ਕਮੇਟੀ ਨੂੰ ਕਿ ਜੋ ਵੀ ਕਮਿਟ ਹੋਣਾ ਵੇ, ਜਿਹਨੇ ਪਲਾਂਟਸ ਕਮਿਟ ਹੋਣੇ ਨੇ ਔਨ ਗਰਾਊਂਡ ਲੱਗਣੇ ਨੇ। ਔਰ ਇਸ ਤੋਂ ਇਲਾਵਾ ਸ਼ੂਗਰ ਵੈਲਿਊ ਐਡੀਸ਼ਨ ਦੀ ਤਰਫ ਵੀ ਜਾਇਆ ਜਾ ਰਿਹਾ ਵੇ, ਕਿਉਂਕਿ ਅਸੀਂ ਗੰਨਾ ਜਿਹੜਾ ਵੇ ਉਹਦੀ $1 ਤੋਂ ਲੱਗ ਕੇ ਇਹ ਅਗਰ ਵੇਚ ਸਕਦੀ ਹੈ ਚੀਨੀ ਤੋਂ $10 ਤੱਕ ਵੀ ਵੇਚ ਸਕਦੀ ਹੈ। ਕਿ ਫਾਰ ਐਗਜ਼ਾਮਪਲ ਜਿਹੜੀ ਹੈ ਵਿਟਾਮਿਨ ਸੀ ਬਣਨਾ, ਇਸ ਤੋਂ ਇਲਾਵਾ ਇਥਨੋਲ ਵਾਲ ਜਿਹੜੀ ਉਹ ਵੀ ਅੰਦਰ ਡਿਸਕਸ਼ਨ ਹੈ ਕਿ ਪੰਜਾਬ ਇਥਨੋਲ ਨੂੰ ਪੈਟਰੋਲ ਮਿਕਸ ਦੇ ਵਿੱਚ ਮਿਕਸ ਕਰਕੇ ਤੂੰ ਆਪਣੇ ਜਿਹੜਾ ਸੇਵਿੰਗ ਕਰੇ। ਤੋ ਵੀਟ ਦੀ ਵੈਲਿਊ ਐਡੀਸ਼ਨ ਐਡਡ ਪ੍ਰੋਡਕਟਸ ਜਿਹੜੀਆਂ ਇਹਦੀ ਐਕਸਪੋਰਟ ਦੇ ਬਾਰੇ 'ਚ, ਔਰ ਲਾਈਵ ਸਟਾਕ ਦੇ ਬਾਰੇ 'ਚ, ਗੋਸ਼ਤ ਦੇ ਬਾਰੇ 'ਚ, ਔਰ ਈਵਨ ਡਿਫਰੈਂਟ ਜਿਹੜੀ ਹੈ ਇਸ ਵੇਲੇ ਇੰਡਸਟਰੀ ਐਗਜ਼ਿਸਟ ਕਰਦੀ ਹੈ, ਜਿਸ ਤਰ੍ਹਾਂ ਆਪਣੀ ਗੁਜਰਾਂਵਾਲਾ ਡਿਵੀਜ਼ਨ ਦੇ ਵਿੱਚ ਕਟਲਰੀ ਹੈ, ਇਹਨਾਂ ਦੀ ਸਰਟੀਫਿਕੇਸ਼ਨ ਦੇ ਇਸ਼ੂਜ਼ ਨੇ, ਉੱਥੇ ਲੈਬਸ ਬਣਾਉਣੀਆਂ ਨੇ ਉਹਨਾਂ ਨੂੰ। ਇਹ ਸਾਰੀ ਜਿਹੜੀਆਂ ਚੀਜ਼ਾਂ ਨੇ ਨਾ ਉਹਦੇ ਉੱਤੇ ਬਾਕਾਇਦਾ ਪੈਰਲਲੀ ਕੰਮ ਹੋ ਰਿਹਾ, ਔਰ ਅਨਕਰੀਬ ਇਨਸ਼ਾਅੱਲਾ ਵਜ਼ੀਲਾ ਸਾਹਿਬਾ ਜਿਹੜੀਆਂ ਨੇ ਇਹ ਪੂਰਾ ਇੱਕ ਪਲਾਨ ਬਣ ਚੁੱਕਿਆ ਹੈ। ਉਹਦੇ ਤੋਂ ਬਾਕਾਇਦਾ ਕੀ ਇਹਦੇ ਵਿੱਚ ਇੰਟਰਵੈਂਸ਼ਨ ਕਿੰਨੇ ਪੈਸਿਆਂ ਦੀ ਅਸੀਂ ਕਰ ਰਹੇ ਹਾਂ, ਦਿਸ ਵੁੱਡ ਬੀ ਇਨ ਹੰਡਰਡਸ ਆਫ ਬਿਲੀਅਨਸ ਇਨਸ਼ਾਅੱਲਾ। ਐਵਰੀਥਿੰਗ ਇਜ਼ ਰੈਡੀ। ਔਰ ਇਹ ਜਿਹੜਾ ਅਗਲੀ ਆਹਿਸਤਾ ਆਹਿਸਤਾ ਤੁਸੀਂ ਇਹ ਸੁਣੋਗੇ ਕਿ ਕਿਸਾਨ ਨੇ ਜਿਹੜਾ ਅਸੀਂ ਡਿਮਾਂਡ ਜਨਰੇਟ ਕਰ ਰਹੇ ਹਾਂ ਕਿ ਜਨਾਬ ਜਦੋਂ ਚਿਪਸ ਬਣਾਉਣ ਦੀ ਫੈਕਟਰੀ ਲੱਗੇਗੀ ਤੇ ਅਲਟੀਮੇਟਲੀ ਇਹਦਾ ਮਕਸਦ ਹੋਏਗਾ ਕਿ ਕਿਸਾਨ ਨੂੰ ਪਤਾ ਯਾਰ ਮੇਰੇ ਤੋਂ 10 ਕਿਲੋਮੀਟਰ ਦੂਰ ਜਿਹੜਾ ਵੇ ਇੱਥੇ ਫੈਕਟਰੀ ਲੱਗ ਗਈ, ਮੈਂ ਉੱਥੇ ਆਲੂ, ਉਹਨਾਂ ਨੇ ਖੁਦ ਆਲੂ ਲੈਣ ਆ ਜਾਣਾ। ਜਿਸ ਤਰ੍ਹਾਂ ਮੈਂ ਟੈਸਕੋ ਦੀ ਮਿਸਾਲ ਦਿੱਤੀ ਸੀ ਕਿ ਉਹ ਆਟੋਮੈਟਿਕਲੀ ਫਾਰਵਰਡ ਕੰਟਰੈਕਟਿੰਗ ਹੋਏਗੀ, ਜਨਾਬ ਅਗਲੀ ਵਾਰੀ ਸਾਨੂੰ ਇੰਨਾ ਆਲੂ ਚਿਪਸ ਦੇ ਆਰਡਰ ਨੇ ਚਾਈਨਾ ਤੋਂ ਜਾਂ ਫਲਾਂ ਜਗ੍ਹਾ ਤੋਂ, ਤਾਂ ਤੁਸੀਂ ਆਲੂ ਸਾਨੂੰ ਦੇਣਾ ਵੇ। ਆਰਡਰ ਹੋ ਜਾਣਗੇ, ਉਹਨਾਂ ਨੂੰ ਕੰਟਰੈਕਟ ਹੋ ਜਾਏਗਾ, ਉਹਨੂੰ ਆਲੂ ਦੇਣਗੇ, ਉਹਦੇ ਪੈਸੇ ਆ ਜਾਣਗੇ, ਈਵਨ ਉਹਨੂੰ ਬੀਜ ਚੰਗਾ ਦੇਣਗੇ, ਉਹਨੂੰ ਖਾਦ ਦੇਣਗੇ, ਉਹਨੂੰ ਪੈਸਟੀਸਾਈਡਸ ਦੇਣਗੇ, ਜਿਸ ਤਰ੍ਹਾਂ ਬਹੁਤ ਸਾਰੇ ਗਰੁੱਪਸ ਗੰਨੇ ਦੇ ਕੇਸ ਦੇ ਵਿੱਚ ਕਰ ਰਹੇ ਨੇ ਸਾਊਥ ਪੰਜਾਬ ਦੇ ਵਿੱਚ। ਅੱਛਾ, ਕਿਉਂਕਿ ਤੁਸੀਂ ਸਪੈਸ਼ਲ ਮਾਨੀਟਰੀ ਯੂਨਿਟ ਦੇ ਉਹ ਸਵਾਲ ਵੀ ਮੇਰਾ ਆਖਰੀ ਹੈ, ਇਹਦੇ ਸਰਬਰਾਹ ਹੋ, ਤੁਸੀਂ ਦੱਸਿਆ ਕਿ 20,000 ਤੋਂ 15 ਦੇ ਦਰਮਿਆਨ ਤੁਸੀਂ ਸ਼ਿਕਾਇਤਾਂ ਸੁਣਦੇ ਹੋ। ਤੁਸੀਂ ਜ਼ਿਆਦਾਤਰ ਜਿਹੜੀ ਸ਼ਿਕਾਇਤ ਨੇ ਜਾਂ ਜ਼ਿਆਦਾਤਰ ਸ਼ਿਕਾਇਤ ਕਿਸ ਨੀਅਤ ਦੀਆਂ ਹੁੰਦੀਆਂ ਨੇ ਤੇ ਉਹਨਾਂ ਨੂੰ ਹੱਲ ਹੋਣ 'ਚ ਕਿੰਨੀ ਦੇਰ ਲੱਗਦੀ ਹੈ? ਅੱਛਾ, ਇੱਕ ਤੇ ਕੰਪਲੇਂਟ ਸੈੱਲ ਨਹੀਂ ਹੈਗਾ। ਠੀਕ ਹੈ, ਇਹ ਵੇ ਕਿ ਸੀਐਮ ਦੇ ਗਵਰਨੈਂਸ ਦੇ ਜਿਹੜੇ ਵਾਪਸ ਲੈਂਦੇ ਪੈਰਾਮੀਟਰਸ ਜਿਹਨੇ ਅਸੀਂ ਖੁਦ ਕਾਲ ਕਰਨੀ। ਠੀਕ ਹੈ, ਫਾਰ ਐਗਜ਼ਾਮਪਲ ਅੱਜ ਇਹ ਰੋਜ਼ਾਨਾ ਦੇ ਜਿਹੜੇ ਨੇ ਤਕਰੀਬਨ ਪੰਜਾਬ ਦੇ ਵਿੱਚ ਤੁਸੀਂ ਕਹਿ ਲਓ ਕਿ ਅਗਰ ਮੈਂ ਸਿਰਫ ਹਸਪੀਟਲਸ ਦੀ ਗੱਲ ਕਰਾਂ ਜੀ ਤੇ ਤਕਰੀਬਨ 1 ਲੱਖ ਦੇ ਕਰੀਬ ਮਰੀਜ਼ ਜਾਂਦੇ ਨੇ ਪੰਜਾਬ ਦੇ ਵਿੱਚ। 1 ਲੱਖ ਦੇ ਕਰੀਬ ਮਰੀਜ਼ ਜਾਂਦੇ ਨੇ। 3000 FIR ਹੁੰਦੀਆਂ ਨੇ ਡੇਲੀ ਦੀਆਂ ਪੰਜਾਬ ਦੇ ਵਿੱਚ ਔਨ ਐਵਰੇਜ। ਠੀਕ, ਉਸ ਤੋਂ ਇਲਾਵਾ ਜਨਾਬ ਤੁਸੀਂ ਅਗਰ ਕਹੋ ਤੇ
ਮੁxtਲਫ ਯਾਨੀ ਕਿ ਚੀਫ ਮਿਨਿਸਟਰ ਦੇ ਇਨੀਸ਼ੀਏਟਿਵਸ ਨੇ, ਕਿਸਾਨ ਕਾਰਡ ਹੈ, ਦੂਸਰੀ ਚੀਜ਼ਾਂ, ਅਸੀਂ ਉਹਨਾਂ ਨੂੰ ਕਾਲ ਕਰਕੇ ਪੁੱਛਣਾ, ਮਰੀਜ਼ ਨੂੰ ਪੁੱਛਣਾ ਜੀ। ਫਾਰ ਨਿਸ਼ਤਰ ਹਸਪਤਾਲ ਮੁਲਤਾਨ ਦਾ ਸਾਡੇ ਕੋਲ ਡਾਟਾ ਆ ਜਾਣਾ, ਅਸੀਂ ਉਹਨਾਂ ਕੋਲ ਪੁੱਛਣਾ, ਜਨਾਬ ਤੁਸੀਂ ਗਏ ਸੀ ਹਸਪਤਾਲ ਇਸ ਡੇਟ ਨੂੰ ਅਤੇ ਕੀ ਮਸਲਾ ਸੀ ਤੁਹਾਨੂੰ? ਉਹਨਾਂ ਕਹਿਣਾ ਜੀ ਮੈਨੂੰ ਇਹ ਮਸਲਾ ਸੀ, ਤੁਹਾਨੂੰ ਇਹ ਕਿ ਬਿਹੇਵੀਅਰ ਠੀਕ ਸੀ ਡਾਕਟਰਾਂ ਦਾ? ਉਹਨਾਂ ਦੱਸਣਾ ਜੀ ਠੀਕ ਸੀ, ਨਹੀਂ ਠੀਕ ਸੀ। ਦਵਾਈ ਮਿਲੀ ਸੀ ਤੁਹਾਨੂੰ? ਜੀ ਮਿਲੀ ਸੀ। ਫ੍ਰੀ ਮਿਲੀ ਸੀ? ਜੀ। ਕੋਈ ਮਸਲਾ ਤਾਂ ਨਹੀਂ ਸੀ? ਉਹਨਾਂ ਅਗਰ ਦੱਸਿਆ, ਫਿਰ ਅਸੀਂ ਸ਼ਾਮ ਨੂੰ ਤਕਰੀਬਨ 20,000 ਪੇਸ਼ੈਂਟਸ ਦੀ ਉਹ ਜਿਹੜੀ ਫੀਡਬੈਕ ਹੈ ਵਿਦ ਫੋਨ ਨੰਬਰ, ਵਿਦ ਐਵਰੀ ਕਾਈਂਡ ਆਫ ਐਵੀਡੈਂਸ, ਅਸੀਂ ਉਹ ਹੈਲਥ ਡਿਪਾਰਟਮੈਂਟ ਨਾਲ ਸ਼ੇਅਰ ਕਰਨੀ। ਉਹਨਾਂ ਨੇ ਫਿਰ ਉਹਦੇ ਉੱਤੇ ਕਰੈਕਟਿਵ ਐਕਸ਼ਨ ਲੈਣੇ ਔਰ ਵਾਪਸ ਭੇਜਣਾ। 60-70% ਜਦੋਂ ਮੁਹਤਰਮ ਮਰੀਮ ਨਵਾਜ਼ ਸ਼ਰੀਫ ਸਾਹਿਬਾਂ ਨੇ ਟੇਕ ਓਵਰ ਕੀਤਾ ਸੀ ਐਜ਼ ਚੀਫ ਮਿਨਿਸਟਰ, ਇਨੀਸ਼ੀਅਲੀ ਜਦੋਂ ਅਸੀਂ ਸਟਾਰਟ ਕੀਤਾ ਸੀ ਇਹ ਫੀਡਬੈਕ ਦਾ, 65% ਜਿਹੜੀ ਸੀ ਇਹ ਸੈਟਿਸਫੈਕਸ਼ਨ ਰੇਟ ਸੀ, ਉਹ ਵੀ ਉਹਦੇ ਬਹੁਤ ਜ਼ਿਆਦਾ ਜਿਹੜੀ ਸੀ। ਲੋਕ ਕਹਿੰਦੇ ਸੀ ਕਿ ਸਾਡੀ ਕਿੱਥੇ ਸੁਣੀ ਜਾਣੀ ਹੈ। ਇਸ ਵੇਲੇ 90% ਤੇ ਚਲੀ ਗਈ ਹੈ, ਯਾਨੀ ਕਿ 90% ਸੈਟਿਸਫੈਕਸ਼ਨ ਰੇਟ ਆ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ। ਔਰ ਬਾਕਾਇਦਾ ਇਹ ਨਹੀਂ ਹੈ ਕਿ ਕੋਈ ਸਪੈਕੂਲੇਟਿਵ ਹੈ ਜਾਂ ਅਸੀਂ ਕੋਈ ਐਸੀ ਗੱਲ ਕਰ ਰਹੇ ਹਾਂ ਕਿ ਜੀ ਸਾਡੇ ਕੋਲ ਆਫ ਦੀ ਕਫ ਮੈਂ ਗੱਲ ਕਰ ਰਿਹਾ। ਸਾਡੇ ਕੋਲ ਡਾਟਾ ਹੋਵੇ, ਸਾਡੇ ਕੋਲ ਰਿਕਾਰਡਡ ਕਾਲਸ ਆ ਹਰ ਪੇਸ਼ੈਂਟਸ ਦੀ, ਅਤੇ ਉਹਦੇ ਉੱਤੇ ਇੱਕ ਮੈਂ ਤਾਂ ਕਦੀ ਕਹਿੰਦਾ ਹੁੰਦਾ ਕਿ ਇਸ ਫੀਡਬੈਕ ਮੈਕੈਨਿਜ਼ਮ ਦਾ ਪੂਰਾ ਇੱਕ PhD ਥੀਸਿਸ ਲਿਖਿਆ ਜਾ ਸਕਦਾ ਹੈ ਆਪਣੀ ਟੀਮ ਨੂੰ। ਅਤੇ ਉਹ ਸਾਡੀ ਗਵਰਨੈਂਸ ਦੇ ਜਿਹੜੇ ਪੈਰਾਮੀਟਰਸ ਨੇ ਵਜ਼ੀਲਾ ਸਾਹਿਬਾਂ ਨੇ ਜਿਹੜੇ ਸੈੱਟ ਕੀਤੇ ਨੇ, SMU ਦਾ ਮਕਸਦ ਇਹ ਹੈ ਕਿ ਉਹ ਗਵਰਨੈਂਸ ਦੇ ਪੈਰਾਮੀਟਰ। ਫਿਰ ਸਾਡੀ ਫੀਲਡ ਟੀਮਸ ਨੇ, ਸਾਡੀ ਫੀਲਡ ਟੀਮਸ ਨੇ ਲਾਈਵ ਸਟਾਕ ਹਸਪੀਟਲ ਵੀ ਜਾਣਾ, ਉਹਨਾਂ ਨੇ ਕਲੀਨਿਕ ਔਨ ਵੀਲਸ ਵੀ ਜਾਣਾ, ਉਹਨਾਂ ਨੇ ਯੂਨੀਅਨ ਕਾਉਂਸਲ ਵੀ ਜਾਣਾ, ਉਹਨਾਂ ਨੇ ਰਾਜ਼ੀ ਰਿਕਾਰਡ ਸੈਂਟਰ ਵੀ ਜਾਣਾ, ਉਹਨਾਂ ਨੇ ਜਨਾਬ ਹਸਪਤਾਲਾਂ 'ਚ ਜਾਣਾ, ਉਹਨਾਂ ਨੇ BSU ਜਾਣਾ, RSC ਜਾਣਾ, ਉਹਨਾਂ ਸਕੂਲਾਂ 'ਚ ਜਾਣਾ। ਔਰ ਸ਼ਾਮ ਨੂੰ ਇਹ ਤਕਰੀਬਨ 8, 10, 15 ਰਿਪੋਰਟਸ ਜਿਹੜੀਆਂ ਨੇ ਉਹ ਹਰ ਡਿਪਾਰਟਮੈਂਟ ਦੇ ਸੈਕਟਰੀ ਔਰ ਮਿਨਿਸਟਰ ਸਾਹਿਬ ਨੂੰ ਜਾਂਦੀਆਂ ਨੇ, ਉਹਨਾਂ ਕੋਲ ਪਹੁੰਚਦੀਆਂ ਨੇ ਵਿਦ ਐਵੀਡੈਂਸ ਪਹੁੰਚਦੀਆਂ ਨੇ, ਔਰ ਬਕਾਇਦਾ ਉੱਤੇ ਕਰੈਕਟਿਵ ਐਕਸ਼ਨਸ ਹੁੰਦੇ ਨੇ, ਉਹਦੇ ਤੇ ਐਕਸ਼ਨ ਵੀ ਹੁੰਦੇ ਨੇ। ਅੱਛਾ, ਕਿਉਂਕਿ ਮੈਂ ਕਿਹਾ ਸੀ ਸਵਾਲ ਮੇਰਾ ਆਖਰੀ ਹੈ, ਲੇਕਿਨ ਕਿਉਂਕਿ ਇੱਕ ਡ੍ਰੀਮ ਵੀ ਹੈ, ਖਾਬ ਵੀ ਹੈ, ਮੈਂ ਵੇਖ ਹੀ ਰਿਹਾ ਹਾਂ ਕਿ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਹਦੇ ਬਾਰੇ ਗੱਲ ਕੀਤੀ ਜਾ ਸਕਦੀ ਹੈ, ਤੁਹਾਡੇ ਟਰੈਕਟਰ ਸਕੀਮ ਤੋਂ ਲੈ ਕੇ ਪਤਾ ਨਹੀਂ ਕਿਹੜੀਆਂ। ਤੁਸੀਂ ਦੱਸੋ ਕਿ ਤੁਸੀਂ ਰਹੇ ਹੋ ਇੰਗਲੈਂਡ ਦੇ ਵਿੱਚ ਰਹੇ ਹੋ, ਫਿਰ ਤੁਸੀਂ ਯੂਰਪ ਘੁੰਮਿਆ ਹੈ, ਬੜੀ ਜਦੀਦ ਅਤੇ ਡਿਵੈਲਪ ਕਿਸਮ ਦੀ ਉੱਥੇ ਕਾਸ਼ਤਕਾਰੀ ਕੀਤੀ ਜਾਂਦੀ। ਐਗਰੀਕਲਚਰ ਕੰਟਰੀ ਨੇ, ਸਾਡਾ ਮੁਲਕ ਜਿੱਥੇ ਮੈਂ ਰਹਿੰਦਾ ਹਾਲੈਂਡ, 4 ਘੰਟੇ 'ਚ ਮੁਲਕ ਮੁੱਕ ਜਾਂਦਾ ਹੈ, ਲੇਕਿਨ ਐਗਰੀਕਲਚਰ ਕੰਟਰੀ ਹੈ ਔਰ ਉਹਦੀਆਂ ਮਸ਼ੀਨਾਂ ਤੁਸੀਂ ਵਰਤਣ ਡਏ ਹੋ। 5 ਸਾਲ ਬਾਅਦ ਜਦੋਂ ਮਰੀਮ ਨਵਾਜ਼ ਸਾਹਿਬਾ ਅਗਲੇ ਇਲੈਕਸ਼ਨ ਜਾਣਗੀਆਂ, CM ਸਾਹਿਬਾ, ਜਿਹੜਾ ਉਹਨਾਂ ਦਾ ਖਾਬ ਹੈ ਪੰਜਾਬ ਦੇ ਹਵਾਲੇ ਨਾਲ, ਤੁਸੀਂ ਸਮਝਦੇ ਹੋ ਕਿ ਪੂਰਾ ਹੋਏਗਾ? ਸਰ ਐਗਰੀਕਲਚਰ ਦੇ ਹਿਸਾਬ ਨਾਲ ਤੁਸੀਂ ਵੇਖੋ ਕਿ ਇਸ ਵੇਲੇ 20,000 ਤੋਂ ਉੱਤੇ ਟਰੈਕਟਰ ਤਕਸੀਮ ਹੋ ਚੁੱਕੇ ਸਬਸਿਡਾਈਜ਼ਡ। 20,000 ਤੋਂ ਉੱਤੇ ਪੰਜਾਬ ਇੱਕ ਟਰੈਕਟਰ ਦੇ ਕਿੰਨੀ ਸਬਸਿਡੀ? ਤਕਰੀਬਨ 10 ਲੱਖ ਦੇ ਕਰੀਬ ਸਬਸਿਡੀ ਹੈ ਜੀ। ਔਰ ਵੱਡੇ ਟਰੈਕਟਰ ਵੀ ਸ਼ਾਮਲ ਨੇ, ਛੋਟੇ ਵੀ ਸ਼ਾਮਲ ਨੇ। ਮੈਕਨਾਈਜੇਸ਼ਨ ਦੇ ਉੱਤੇ ਸੁਪਰ ਸੀਡਰ 5300 ਤਕਸੀਮ ਹੋ ਚੁੱਕੇ, ਸੁਪਰ ਸੀਡਰ ਜਿਹੜੇ ਨੇ ਸਬਸਿਡਾਈਜ਼ ਜਿਹੜੇ। ਇਸ ਤੋਂ ਇਲਾਵਾ ਹਾਰਵੈਸਟਰਸ ਦੇ ਉੱਤੇ ਸਬਸਿਡੀ ਦੇ ਰਹੇ ਹਾਂ 60-40 ਕੰਪੋਨੈਂਟ ਦੇ ਤਹਿਤ, ਕਿ ਉਹਨਾਂ ਨੂੰ ਆ ਰਹੇ ਨੇ। ਔਰ ਟੋਟਲੀ ਉਹਨਾਂ ਨੂੰ ਜਿਹੜੀ ਹਾਰਵੈਸਟਰ ਜਿਹੜੇ ਨੇ ਉਹਨਾਂ 'ਤੇ ਕਿ ਮਿਨੀਮਮ ਜਦੋਂ 5 ਸਾਲ ਬਾਅਦ ਉਹ ਜਾਣਗੀਆਂ, ਵਜ਼ੀਲਾ ਸਾਹਿਬਾ ਦਾ ਦੌਰ ਖ਼ਤਮ ਹੋਏਗਾ, ਤਾਂ ਉਸ ਵੇਲੇ ਟਰੈਕਟਰ ਜਿਹੜੇ ਨੇ ਇਹ ਜਿਹੜਾ ਟਾਰਗੇਟ ਹੈ ਇਹ ਇਸ ਤੋਂ ਡਬਲ ਦਾ ਟਾਰਗੇਟ ਹੈ, ਪਲਾਨ ਹੈ ਕਿ ਟਰੈਕਟਰ ਹੋਣ। ਫਿਰ ਉਸ ਤੋਂ ਇਲਾਵਾ ਸੋਲਰ ਟਿਊਬਲ ਜਿਹੜੇ ਨੇ ਅਸੀਂ 8,000 ਜਿਹੜੇ ਨੇ ਫ੍ਰੀ ਆਫ ਕਾਸਟ ਲਾਏ ਨੇ। ਸੋਲਰਾਈਜੇਸ਼ਨ ਆਫ ਟਿਊਬਲਸ ਲੱਗ ਚੁੱਕੇ ਨੇ ਜਨਾਬ। ਔਰ ਦੂਸਰਾ ਇਹ ਵੇ ਕਿ ਮੈਕਨਾਈਜੇਸ਼ਨ ਦੇ ਵਿੱਚ ਹਾਰਵੈਸਟਰ, ਉਸ ਤੋਂ ਇਲਾਵਾ ਜਿਹੜਾ ਸਕੈਪਰ ਜਿਹੜੀ ਉਹ ਬਾਅਦ ਦੇ ਵਿੱਚ ਇੱਕ ਤਾਂ ਹੁੰਦਾ ਨਾ ਹਾਰਵੈਸਟਰ ਜਾਂਦਾ ਵੇ ਤੇ ਕਣਕ ਕੱਢੀ ਜਾਂਦਾ ਤੇ ਉਹ ਤੂੜੀ ਨਹੀਂ ਬਣਦੀ, ਦੂਸਰਾ ਤੂੜੀ ਵੀ ਬਣਦੀ ਹੈ, ਬੇਲਰ। ਔਰ ਕੋਈ ਐਸੀ ਟੈਕਨੋਲੋਜੀ ਜਿਹੜੀ ਕਿ ਦੁਨੀਆ ਦੇ ਵਿੱਚ ਇੱਥੇ ਯੂਜ਼ ਹੋ ਰਹੀ ਹੈ ਐਗਰੀਕਲਚਰ ਦੇ ਵਿੱਚ, ਉਹ ਟੈਕਨੋਲੋਜੀ ਕੋਈ ਵੀ ਐਸੀ ਨਹੀਂ ਰਹਿ ਜਾਏਗੀ ਜਿਹੜੀ ਪੰਜਾਬ 'ਚ ਇਸਤੇਮਾਲ ਨਹੀਂ ਹੋ ਰਹੀ ਹੋਏਗੀ 5 ਸਾਲ ਬਾਅਦ। ਤੇ ਯਾਨੀ ਕਿ ਉਹਨਾਂ ਦਾ ਪੂਰਾ ਵਿਜ਼ਨ ਹੈ ਔਰ ਉਹ 'ਤੇ ਬੜਾ ਫੋਕਸਡ ਹੋ ਕੇ ਫਿਰ ਕਿਸਾਨ ਨੂੰ ਜਿਹੜਾ ਵੇ ਡਿਜੀਟਲ ਬੈਂਕਿੰਗ ਦੀ ਤਰਫ, ਉਹਨਾਂ ਦੀ ਕ੍ਰੈਡਿਟ ਐਕਸੈਸ ਜਿਹੜੀ ਸੀ, ਸੂਦ ਫਰੀ ਜਿਹੜੇ ਕਰਜ਼ੇ ਨੇ, 250 ਅਰਬ ਰੁਪਏ, ਮੈਂ 255 ਅਰਬ ਦੱਸ ਰਿਹਾ ਕਿ ਪਿਛਲੇ 3 ਫਸਲਾਂ 'ਚ ਇਸਤੇਮਾਲ ਹੋ ਚੁੱਕਿਆ ਹੈ ਲੋਨ। ਔਰ ਉਹਦੇ 'ਤੇ ਇੰਟਰਸਟ ਕੋਈ ਨਹੀਂ ਪੇ ਕਰਨਾ ਪਿਆ ਉਹਨਾਂ ਨੂੰ। ਅੱਗੇ ਆੜਤੀ ਕੋਲ ਲੈਂਦੇ ਸੀ, ਡਿਸਟਰੈਸ ਸੈਲਿੰਗ ਕਰਦੇ ਸੀ। ਮੈਂ ਅਗਰ ਕਰਜ਼ਾ ਲਿਆ ਤਾਂ ਮੈਂ ਆੜਤੀ ਨੇ ਮੇਰੇ ਕੋਲ 3500 ਦੀ ਬਜਾਏ 2800 ਤੇ ਕਣਕ ਲੈ ਲੈਂਦਾ। ਜੀ ਇਸੇ ਤਰ੍ਹਾਂ ਹੀ ਹੁੰਦਾ। ਹੁਣ ਮੈਨੂੰ ਇਹ ਮੈਂ ਕਹਿੰਦਾ ਜੀ ਮੈਂ ਤੇਰੇ ਪੈਸੇ ਨਹੀਂ ਦੇਣੇ, ਮੈਂ ਆਪਣਾ ਰੇਟ ਖੁਦ ਡਿਟਰਮਨ ਕਰਨਾ। ਤਾਂ ਆਈ ਐਮ ਨਾਟ ਪ੍ਰਾਈਸ ਟੇਕਰ, ਆਈ ਐਮ ਪ੍ਰਾਈਸ ਮੇਕਰ ਐਕਚੁਅਲੀ, ਦ ਫਾਰਮਰ। ਅਤੇ ਇਹ ਜਿਹੜਾ ਵੀ ਇਹਦੇ ਵਿੱਚ ਇਹ ਸਟੈਪ ਵਾਈਜ਼ ਹਰ ਚੀਜ਼। ਫਿਰ ਇਸ ਤੋਂ ਇਲਾਵਾ ਤੁਸੀਂ ਵੇਖੋ ਪੋਟੋਹਾਰ ਦੇ ਏਰੀਏ ਸਮਾਲ ਡੈਮਸ ਬਣ ਰਹੇ ਨੇ ਐਗਰੀਕਲਚਰ ਸੈਕਟਰ ਲਈ। ਇਸ ਤੋਂ ਇਲਾਵਾ ਜਿਹੜੀ ਜ਼ਮੀਨ ਦਾ ਰੀਚਾਰਜ ਪਾਣੀ ਦਾ ਫਸਲਾਂ ਦੇ ਵਿੱਚ, ਉਹਦੇ ਵਿੱਚ ਕੂਏ ਬਣ ਰਹੇ ਨੇ, ਸਾਰੇ ਐਗਰੀਕਲਚਰ ਡਿਪਾਰਟਮੈਂਟ ਦੇ ਅੰਡਰ ਆ ਰਹੇ ਨੇ, ਸਾਰੀ ਦੀ ਸਾਰੀ ਚੀਜ਼ਾਂ ਜਿਹੜੀਆਂ ਨੇ।
ਤੇ ਵਾਟਰ ਰਿਚਾਰਜ ਹੋਵੇ। ਆਲਦੋ ਵਾਟਰ ਰਿਚਾਰਜ ਸ਼ਹਿਰੀ ਇਲਾਕਿਆਂ 'ਚ ਤਾਂ ਹੋ ਗਿਆ ਸ਼ੁਰੂ। PDP ਹੈ, ਮੈਂ ਵੈਸੇ ਐਗਰੀਕਲਚਰ ਤੋਂ ਹਟ ਕੇ ਗੱਲ ਕਰ ਰਿਹਾ, ਪੰਜਾਬ ਡਿਵੈਲਪਮੈਂਟ ਪ੍ਰੋਗਰਾਮ, ਜਿੱਥੇ ਜਿੱਥੇ ਇਲਾਕਿਆਂ ਦੇ ਵਿੱਚ ਜਿਹੜੇ ਐਸੇ ਸ਼ਹਿਰਾਂ ਦੇ ਵਿੱਚ 189 ਸਿਟੀਜ਼ ਦੇ ਵਿੱਚ ਕੋਈ 400-450 ਰੁਪਏ ਦੀ ਲਾਗਤ ਨਾਲ ਅੰਡਰਗਰਾਊਂਡ ਸਟੋਰੇਜ ਟੈਂਕਸ ਬਣ ਰਹੇ ਨੇ। ਉਹਦੇ ਵਿੱਚ ਜਿੱਥੇ ਜਿੱਥੇ ਜ਼ਰੂਰਤ ਹੈ ਉਹ ਸਟੋਰ ਹੋ ਰਿਹਾ। ਔਰ ਜਿਹੜੇ ਰਿਚਾਰਜ ਵੈਲਸ ਬਣ ਰਹੇ ਨੇ, ਬੋਰ ਹੋ ਰਹੇ ਨੇ। ਉਸ ਤੋਂ ਇਲਾਵਾ ਸੀਵਰੇਜ ਦੇ ਨਾਲ ਨਾਲ ਸਟੋਰਮ ਵਾਟਰ ਡਰੇਨ ਉਹ ਬਣ ਰਿਹਾ ਕਿ ਸੀਵਰੇਜ ਸਾਡਾ ਛੋਟੀ ਕੈਪੈਸਿਟੀ ਦਾ ਹੁੰਦਾ ਹੈ। ਅਰਬਨ ਫਲੱਡਿੰਗ ਇੱਕ ਫਿਨੋਮੀਨਾ ਜਿਹੜਾ ਅਸੀਂ ਐਕਸਪੀਰੀਅੰਸ ਕੀਤਾ ਹੈ ਸਿਆਲਕੋਟ ਦੇ ਵਿੱਚ, ਗੁਜਰਾਤ ਦੇ ਵਿੱਚ ਕੀਤਾ ਵੇ, ਸਰਗੋਦਾ ਦੇ ਵਿੱਚ ਬੜੇ ਨੀਵੇਂ ਇਲਾਕੇ ਨੇ ਜਿੱਥੇ ਪਾਣੀ ਖਲੋ ਜਾਂਦਾ। ਸਾਰੀ ਜਗ੍ਹਾ ਦੇ ਉੱਤੇ ਅਰਬਨ ਫਲੱਡਿੰਗ ਦਾ ਫਿਨੋਮੀਨਾ ਨੂੰ ਕਾਊਂਟਰ ਕਰਨ ਲਈ ਇਹ ਪੰਜਾਬ ਡਿਵੈਲਪਮੈਂਟ ਪ੍ਰੋਗਰਾਮ ਦੇ ਤਹਿਤ ਇੱਕ ਹਿਊਜ ਇਨਵੈਸਟਮੈਂਟ ਹੋ ਰਹੀ ਹੈ। ਔਰ ਉਹਦੇ ਵਿੱਚ ਜਿਹੜੀ ਇਸਤੇਮਾਲ ਹੋ ਰਹੇ ਨੇ ਜਿਹੜੇ ਹਾਈ ਡੈਂਸਿਟੀ ਪੋਲੀਥਲੀਨ ਹੈ, HDPE ਹੈ ਮੇਰਾ ਖਿਆਲ ਹੈ, ਮੈਂ ਐਗਜ਼ੈਕਟ ਅਗਰ ਮਟੀਰੀਅਲ ਦਾ ਯਾਦ ਹੋਵੇ, ਕਿ ਜਿਹੜੇ ਪਾਈਪ ਇਸਤੇਮਾਲ ਹੋ ਰਹੇ ਨੇ ਅੱਗੇ ਸਾਡੀ 15 ਸਾਲ ਦੇ ਵਿੱਚ 10 ਸਾਲ ਦੇ ਪਾਈਪ ਬਹਿ ਜਾਂਦੇ ਨੇ, ਇਹ ਕਮ ਸੇ ਕਮ 50 ਸਾਲ ਚੱਲਣਗੇ। ਅੱਛਾ ਜੀ, 50 ਸਾਲ ਕਾਸਟ ਉਹਨਾਂ ਦੀ ਬਿਹਤਰ ਹੈ। ਫਿਰ ਉਹ ਪਲਾਂਟ ਬਣੇ, ਉਹ ਪਾਈਪ ਜਿਹੜੇ ਨੇ ਵੱਡੇ ਸੀਵਰੇਜ ਔਰ ਡਰੇਨ ਪਾਈਪ ਨੇ, ਸਟੋਰਮ ਵਾਟਰ ਡਰੇਨ, ਉਹਨਾਂ ਦੀ ਮੈਨੂਫੈਕਚਰਿੰਗ ਦਾ ਬਕਾਇਦਾ ਪਲਾਂਟ ਇੱਥੇ ਲੱਗ ਗਿਆ। ਤਾਂ ਉਹ ਜਿਹੜੀ ਵੀ ਚੀਜ਼ ਹੈ ਬੱਸਿਸ ਦਾ ਅਸੀਂ ਜਿਹੜਾ ਜਿਸ ਤਰ੍ਹਾਂ ਕਰਨੇ ਆ ਗੱਲ, ਉਹਦੀ ਵੀ ਬਕਾਇਦਾ ਟੈਕਨੋਲੋਜੀ ਟਰਾਂਸਫਰ ਪਲਾਂਟਸ ਇੱਥੇ ਲੱਗ ਰਿਹਾ, ਤਾਂ ਕਿ ਇਹ ਵੇ ਕਿ ਅਸੀਂ ਬੱਸਿਸ ਜਦੋਂ ਇਲੈਕਟ੍ਰਿਕ ਵਹੀਕਲਸ ਦੀ ਤਰਫ ਜਾਣਾ ਹੈ, ਮੋਬਿਲਿਟੀ ਦੀ ਤਰਫ ਮੈਡਮ ਜਾ ਰਹੀਆਂ ਨੇ, ਸਾਡੇ ਕੋਲ ਆ ਜਾਵੇ। ਤਾਂ ਬੇਸਿਕਲੀ ਇਹ ਪਰਪਸ ਹੈ ਟੈਕਨੋਲੋਜੀ ਟਰਾਂਸਫਰ ਨਾਲ ਹੋ ਰਹੀ ਹੈ ਕਿ ਜਿਹੜੀ ਚੀਜ਼ ਸਾਨੂੰ ਜ਼ਰੂਰਤ ਹੈ ਐਗਰੀਕਲਚਰ ਦੇ ਵਿੱਚ, ਉਹਦੀ ਵੀ ਕੋਸ਼ਿਸ਼ ਕਰਕੇ ਟੈਕਨੋਲੋਜੀ ਟਰਾਂਸਫਰ ਹੋ ਰਹੀ ਹੈ। ਜਿਸ ਤਰ੍ਹਾਂ ਸਾਡੇ ਇੱਥੇ ਥ੍ਰੈਸ਼ਰ ਬਣਦੀ ਸੀ, ਹੁਣ ਅੱਗੇ ਅੱਜ ਤੱਕ ਹਾਰਵੈਸਟਰ ਬਣਨਗੇ, ਜਦੀਦ ਔਰ ਫਰਦਰ ਟੈਕਨੋਲੋਜੀ ਬਣੇਗੀ। ਲੇਕਿਨ ਮੈਕਨਾਈਜੇਸ਼ਨ ਜਿਹੜਾ ਲੈਂਡਮਾਰਕ ਇਨੀਸ਼ੀਏਟਿਵ ਮੈਡਮ CM ਦਾ, ਔਰ 3 ਸਾਲ ਬਾਅਦ ਕਿਸਾਨ ਕਹਿਣਗੇ ਕਿ ਵਾਕਈ ਜੀ ਐਗਰੀਕਲਚਰਲੀ ਆਊਟਪੁੱਟ ਸਾਈਡ 'ਤੇ ਕੰਮ ਹੁੰਦਾ ਸੀ ਕਿ ਜੀ ਕਿਸਾਨ ਕੋਲੋਂ ਕਣਕ ਲੈ ਲਈ ਹੈ ਜੀ ਮਿਨੀਮਮ ਸਪੋਰਟ ਪ੍ਰਾਈਸ ਦੇ ਕੇ, ਬਾਕੀ ਉਹ ਜਿਸ ਤਰ੍ਹਾਂ ਵੀ ਲਾਵੇ ਨਾ ਲਾਵੇ, ਜੇ ਨਾ ਲਈ ਤਾਂ ਤਬਾਹ ਹੋ ਗਿਆ, ਜੇ ਜ਼ਿਆਦਾ ਉੱਗੀ ਫਿਰ ਵੀ ਤਬਾਹ ਹੋ ਗਿਆ। ਉਹਨੂੰ ਇਨਪੁੱਟ ਤੋਂ ਲੱਗ ਕੇ ਉਹਦੀ ਵੈਲਿਊ ਐਡੀਸ਼ਨ ਤੱਕ ਸਾਰੀ ਚੀਜ਼ ਦਾ ਜਿਹੜਾ ਵੇ ਨਾ ਉਹਦੀ ਟੇਕ ਕੇਅਰ ਕੀਤੀ ਜਾ ਰਹੀ ਹੈ। ਇੱਕ ਬਕਾਇਦਾ ਇੱਕ ਹੋਲਿਸਟਿਕ ਹੈ। ਤੁਸੀਂ ਅਗਰ ਇੱਕ ਟ੍ਰੇਲ ਬਣਾਓ ਇਸ ਸਪਲਾਈ ਚੇਨ ਦਾ ਐਗਰੀਕਲਚਰ ਦਾ, ਇਨਪੁਟ ਤੋਂ ਸਟਾਰਟ ਹੋ ਜਾਓ ਤੁਸੀਂ, ਸੀਡ ਤੋਂ ਲੱਗ ਕੇ ਜਿਹੜਾ ਅਸੀਂ ਲੋਨ ਦੇ ਰਹੇ ਹਾਂ, ਸੀਡ, ਖਾਦ, ਦਵਾਈ, ਉਸ ਤੋਂ ਬਾਅਦ ਉਹ ਜਦੋਂ ਉੱਥੋਂ ਨਿਕਲੇਗੀ ਉਹਦੀ ਅਸੀਂ ਫਾਰਵਰਡ ਕੰਟਰੈਕਟਿੰਗ ਕਰ ਰਹੇ ਹਾਂ, ਉਹਦੇ ਲਈ ਵੈਲਿਊ ਐਡੀਸ਼ਨ ਦਾ ਅਸੀਂ ਬਕਾਇਦਾ ਐਗਰੋ ਪ੍ਰੋਸੈਸਿੰਗ ਕਰ ਰਹੇ ਹਾਂ। ਫਿਰ ਉਹਦੇ ਐਕਸਪੋਰਟਸ ਲਿੰਕ ਬਣਵਾ ਰਹੇ ਹਾਂ ਕਿ ਜੀ ਐਕਸਪੋਰਟਸ ਲਿੰਕ ਬਣਨ। ਉਹ ਫਿਰ ਗੰਨਾ ਜਿਹੜਾ ਪੈਦਾ ਕਰਦੇ ਸੀ ਉਹਦੀ ਵੈਲਿਊ ਐਡੀਸ਼ਨ ਲਈ ਸ਼ੂਗਰ ਦੇ ਵਿੱਚ ਜਿਹੜਾ ਵੀ ਉਹ ਬਕਾਇਦਾ ਉਹਨਾਂ ਨੂੰ ਸੈਂਟੀਵਾਈਜ਼ ਕਰ ਰਹੇ ਹਾਂ, ਐਥਨੋਲ ਕਨਵਰਜਨ ਨਾਲ ਲੈ ਕੇ ਜਾ ਰਹੇ ਹਾਂ, ਵੀਟ ਦੀ ਪ੍ਰੋਡਕਟ ਦੀ ਐਕਸਪੋਰਟ ਦੀ ਜਿਹੜੀ ਹੈ ਉਹਦੇ ਉੱਤੇ ਅਸੀਂ ਕੰਮ ਕਰ ਰਹੇ ਹਾਂ। ਤਾਂ ਅਲਟੀਮੇਟਲੀ ਤੁਹਾਨੂੰ ਜਿਹੜਾ ਪੂਰੀ ਸਪਲਾਈ ਚੇਨ ਦੇ ਵਿੱਚ ਜਿਹੜਾ ਨਾ ਇੱਕ ਡਿਫਰੈਂਸ ਨਜ਼ਰ ਆਏਗਾ। ਇਹ ਕੋਈ ਐਸੀ ਚੀਜ਼ ਨਹੀਂ ਹੈ ਕਿ ਕੋਈ ਇਟਸ ਨਾਟ ਅ ਡਰੀਮ, ਇਟਸ ਸਮਥਿੰਗ ਕਿ ਜਿਹਦੇ ਉੱਤੇ ਬਕਾਇਦਾ ਇੱਕ ਕੰਮ ਜਾਰੀ ਹੈ। ਔਰ ਉਹਦੇ ਵਿੱਚ ਜਿਹੜੀ ਇਨਪੁਟਸ ਦੇ ਉੱਤੇ, ਫਿਰ ਉਸ ਤੋਂ ਬਾਅਦ ਅਸੀਂ ਆਊਟਪੁੱਟ ਦੇ ਉੱਤੇ ਫਾਰਵਰਡ ਕੰਟਰੈਕਟਿੰਗ ਲੈ ਆਏ ਹਾਂ। ਇਕਨੋਮਿਕ ਟਰਾਂਸਫਰਮੇਸ਼ਨ ਪਲਾਨ ਹੈ ਜਿਹਦਾ ਮੇਜਰ ਫੋਕਸ ਇਜ਼ ਔਨ ਐਗਰੀਕਲਚਰ, ਐਗਰੋ ਪ੍ਰੋਸੈਸਿੰਗ। ਤੁਸੀਂ ਇਨਸ਼ਾਅੱਲਾ ਵਿਦ ਇਨ ਨੈਕਸਟ ਫਿਊ ਡੇਜ਼ ਉਹਦਾ ਪੂਰਾ ਇੱਕ ਪਲਾਨ ਜਿਹੜਾ ਵੇ, ਔਰ ਉਹਦੇ ਵਿੱਚ ਫਾਈਨੈਂਸ਼ੀਅਲ ਇੰਟਰਵੈਂਸ਼ਨ ਜਿਹੜੀ ਗਵਰਨਮੈਂਟ ਕਰ ਰਹੀ ਹੈ ਉਹ ਇਨਸ਼ਾਅੱਲਾ ਅਬਦੁੱਲਾ ਸਾਹਿਬਾ ਦੇ ਕੋਲੋਂ ਸੁਣੋਗੇ। ਬਿਲਕੁਲ। ਤਾਂ ਐਵਰੀਥਿੰਗ ਜੋ ਵੀ ਹੋ ਰਿਹਾ ਵੇ, ਕਿਉਂਕਿ ਉਹਨਾਂ ਦਾ ਐਕਸਪੋਜਰ ਹੈ ਵਜ਼ੀਰਲਾ ਸਾਹਿਬਾ ਦਾ, ਉਹਨਾਂ ਦੇ ਗਾਈਡੈਂਸ ਹੈ ਕਿ 3 ਟਾਈਮ ਪ੍ਰਾਈਮ ਮਿਨਿਸਟਰ, ਉਹਨਾਂ ਦਾ ਇੱਕ ਜਿਹੜਾ ਕਿ ਲਿੰਕੇਜਸ ਸੀ, ਉਸ ਵੇਲੇ ਮੋਟਰਵੇਜ਼ ਬਣੀਆਂ ਜਦੋਂ ਕੋਈ ਸੋਚਦਾ ਨਹੀਂ ਸੀ, ਅਤੇ ਉਹਨਾਂ ਦਾ ਇੱਕ ਉਹ ਜਿਹੜਾ ਡਰੀਮ ਹੈ ਨਾ, ਉਹਨਾਂ ਦੀ ਜਿਹੜੀ ਗਾਈਡੈਂਸ ਉਹਦੇ ਮੁਤਾਬਕ ਉਹ ਚੀਜ਼ਾਂ ਨੂੰ ਉਸੇ ਤਰ੍ਹਾਂ ਲੈ ਕੇ ਜਾ ਰਹੇ ਕਿ ਜਿੰਨਾ ਅਸੀਂ ਸੈਲਫ ਸਫੀਸ਼ੀਐਂਟ ਜਿਹੜੇ ਖਾਬ ਵੇਖੇ ਨੇ ਉਹ ਪੂਰੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਮਜਦ ਹਫੀਜ਼ ਸਾਹਿਬ ਇਹ ਕਹਿ ਰਹੇ ਨੇ ਕਿ ਕੋਈ ਵੀ ਖਾਬ ਐਸਾ ਖਾਬ ਨਹੀਂ ਜਿਹਨੂੰ ਪੂਰਾ ਕਰਨ ਲਈ ਕੋਸ਼ਿਸ਼ ਨਾ ਕੀਤੀ ਜਾਵੇ। ਔਰ ਇਹ ਵੱਡੀ ਪੋਜ਼ੀਟਿਵ ਗੱਲ ਆ ਜਿਹੜੀ ਇਹ ਦੁੱਖ ਨੇ ਨਾ ਕਿਸਾਨਾਂ ਦੇ, ਇਹ ਬੜੇ ਪੁਰਾਣੇ ਦੁੱਖ ਨੇ। ਜਦੋਂ ਦਾ ਪਾਕਿਸਤਾਨ ਬਣਿਆ ਉਹਨਾਂ ਦਾ ਹੱਲ ਕੱਢਿਆ ਜਾ ਰਿਹਾ। ਉਹਨਾਂ ਦੇ ਬੀਜਣ ਤੋਂ ਲੈ ਕੇ ਉਹਨਾਂ ਦੇ ਵੇਚਣ ਤੱਕ ਹਕੂਮਤ ਹਰ ਜਗ੍ਹਾ ਤੋਂ ਉਹਨਾਂ ਦੇ ਨਾਲ ਖਲੋਤੀ ਹੋਏਗੀ, ਉਹਨਾਂ ਨਾਲ ਕਿਸੇ ਜਗ੍ਹਾ 'ਤੇ ਕੋਈ ਜ਼ਿਆਦਤੀ ਨਹੀਂ ਹੋਏਗੀ। ਇਹ ਹੀ ਮਰੀਮ ਨਵਾਜ਼ ਸਾਹਿਬਾ ਨੇ ਖਾਬ ਵੇਖਿਆ। ਸ਼ੁਰੂ 'ਚ ਲੱਗਿਆ ਸੀ ਕਿ ਮਰੀਮ ਨਵਾਜ਼ ਸਾਹਿਬਾ ਜਦੋਂ ਆਈਆਂ ਨੇ ਕਣਕ ਨਹੀਂ ਲਈ, ਲੇਕਿਨ ਤੁਹਾਨੂੰ ਦੱਸਿਆ ਕਿ ਕਿੰਨੀ ਕਣਕ ਪਈ ਸੀ। 2 ਸਾਲਾਂ ਜਦੋਂ ਕਣਕ ਮੁੱਕੀ ਹੈ ਅਤੇ ਇਹ ਸਿਲਸਿਲਾ ਹੁਣ ਸ਼ੁਰੂ ਹੋ ਚੁੱਕਿਆ ਹੈ। ਅਸੀਂ ਮੂੰਹ ਦੇ ਉਮੀਦ ਇਹ ਕਰਨੇ ਹਾਂ ਕਿ ਜਦੋਂ ਮਰੀਮ ਨਵਾਜ਼ ਸਾਹਿਬਾ ਆਪਣੇ 5 ਸਾਲ ਪੂਰੇ ਕਰਨਗੇ, ਅਗਲੇ ਇਲੈਕਸ਼ਨ 'ਚ ਜਾਣਗੇ, ਦੁਬਾਰਾ ਫਿਰ ਉਹਨਾਂ ਨੂੰ ਜਿਹੜੀ ਜ਼ਿੰਮੇਵਾਰੀ ਮਿਲਣਗੀ, ਉਦੋਂ ਤੱਕ ਪੰਜਾਬ ਜਿਹੜਾ ਉਹ ਯੂਰਪ ਦੇ ਕਿਸੇ ਵੀ ਐਗਰੀਕਲਚਰ ਚੰਗੇ ਵੱਡੇ ਮੁਲਕ ਤੋਂ ਘੱਟ ਨਹੀਂ ਹੋਏਗਾ। ਥੈਂਕ ਯੂ ਵੈਰੀ ਮੱਚ। ਆਪਣਾ ਖਿਆਲ ਰੱਖੋ। ਇੱਧਰ ਕਿਉਂਕਿ ਕਿਸਾਨਾਂ ਨਾਲ ਅਸੀਂ ਪੰਜਾਬੀ 'ਚ ਕੀਤਾ, ਜਿਹੜੇ ਪੰਜਾਬੀ ਨਹੀਂ ਸਮਝ ਸਕਣਗੇ ਉਹਨਾਂ ਕੋਲੋਂ ਸਾਡੇ ਵੱਲੋਂ ਮਾਫੀ ਹੈ। ਥੈਂਕ ਯੂ।